ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਨਿਊਜ਼ ਏਸ਼ੀਆ ਪੰਜਾਬੀ। ਮੇਰਾ ਨਾਮ ਹੈ ਬੋਨੀ ਪਿੰਦਰਾ। ਰੋਜ਼ ਦੀ ਤਰ੍ਹਾਂ ਅੱਜ ਇੱਕ ਵਾਰ ਫੇਰ ਅਸੀਂ ਹਾਜ਼ਰ ਹੋਏ ਹਾਂ ਸ਼ਾਮ ਦੇ ਪ੍ਰੋਗਰਾਮ ਦਾ ਲਾਈਵ ਡਿਬੇਟ ਦੇ ਵਿੱਚ। ਅੱਜ ਅਸੀਂ ਇੱਕ ਨਵਾਂ ਉਪਰਾਲਾ ਤੁਹਾਡੇ ਸਾਹਮਣੇ ਲੈ ਕੇ ਆਏ ਹਾਂ। ਅੱਜ ਤੋਂ ਹਰ ਰੋਜ਼ ਤੁਹਾਡੇ ਸਾਹਮਣੇ ਅਸੀਂ YouTube ਦੇ ਨਾਲ Facebook ਉੱਪਰ ਵੀ ਲਾਈਵ ਹੋਇਆ ਕਰਾਂਗੇ। ਜਿਹੜੇ ਸਰੋਤੇ ਸਾਨੂੰ YouTube ਦੇ ਉੱਪਰ ਸੁਣ ਰਹੇ ਨੇ, ਜਿਹੜੇ ਦਰਸ਼ਕ YouTube ਦੇ ਉੱਪਰ ਦੇਖ ਰਹੇ ਨੇ, ਉਹਨਾਂ ਨੂੰ ਇਸ ਵੀਡੀਓ ਦੇ ਲਈ ਕੁਝ ਘੰਟੇ ਇੰਤਜ਼ਾਰ ਕਰਨਾ ਪਏਗਾ। ਪਰ ਜੇਕਰ ਤੁਸੀਂ ਸਾਡੇ ਨਾਲ Facebook ਤੇ ਜੁੜੇ ਹੋ ਤਾਂ Facebook ਦੇ ਉੱਪਰ ਤੁਸੀਂ ਇਹ ਡਿਬੇਟ ਹਰ ਰੋਜ਼ ਲਾਈਵ ਦੇਖ ਸਕੋਗੇ ਸ਼ਾਮ ਨੂੰ। ਸਾਡੇ ਨਾਲ ਸਾਡੇ ਐਡੀਟਰ ਇਨ ਚੀਫ ਸਰਦਾਰ ਕੁਲਵੰਤ ਸਿੰਘ ਜੀ। ਕੁਲਵੰਤ ਜੀ, ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸ਼ੋਅ। ਬਹੁਤ ਧੰਨਵਾਦ। ਕੁਲਵੰਤ ਜੀ, ਸ਼ੋਅ ਦਾ ਸ਼ੁਰੂਆਤ ਕਰਨਾ ਚਾਹਾਂਗੇ ਸੁਰਾਂ ਦੇ ਬਾਦਸ਼ਾਹ ਕਹੇ ਜਾਣ ਵਾਲੇ ਪੰਜਾਬ ਦੇ ਆਪਣੇ ਪੁੱਤ ਸਦੂਰ ਸਿਕੰਦਰ ਜੀ ਦੀ ਦੇਹਾਂਤ ਦੇ ਉੱਪਰ, ਜਿਹੜਾ ਹੁਣ ਟਾਈਮਾਂ ਦੇਹਾਂਤ ਹੋ ਗਿਆ, ਉਹਦੇ ਉੱਪਰ ਸ਼ਰਧਾਂਜਲੀ ਅਸੀਂ ਭੇਂਟ ਕਰਾਂਗੇ। ਬਿਲਕੁਲ ਅਸੀਂ ਸਾਰੇ ਨਿਊਜ਼ ਏਸ਼ੀਆ ਪੰਜਾਬੀ ਵੱਲੋਂ ਮਰਹੂਮ ਸਦੂਰ ਸਿਕੰਦਰ ਨੂੰ, ਸੁਰਾਂ ਦੇ ਬਾਦਸ਼ਾਹ ਨੂੰ ਜਿਹੜਾ ਉਹ ਸ਼ਰਧਾਂਜਲੀ ਭੇਂਟ ਕਰਦੇ ਹਾਂ ਤੇ ਉਮੀਦ ਕਰਦੇ ਹਾਂ ਕਿ ਪਰਮਾਤਮਾ ਅਕਾਲ ਪੁਰਖ ਪਿੱਛੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ ਜੀ। ਪਿਛਲੇ ਕਾਫੀ ਸਮੇਂ ਤੋਂ ਪਿਛਲੇ ਇੱਕ ਪੂਰੇ ਦਿਨ ਤੋਂ ਹੀ ਲਾ ਲਓ, ਸੋਸ਼ਲ ਮੀਡੀਆ ਵੀ ਇਸ ਉੱਪਰ ਭਰਿਆ ਰਿਹਾ। ਵੱਖ-ਵੱਖ ਵੀਡੀਓ ਸਾਹਮਣੇ ਆਉਂਦੀਆਂ ਰਹੀਆਂ। ਹਰ ਇੱਕ ਬੰਦੇ ਨੇ ਸਦੂਰ ਜੀ ਨਾਲ ਆਪਣੀਆਂ ਵੀਡੀਓ ਸ਼ੇਅਰ ਕੀਤੀਆਂ, ਆਪਣੀਆਂ ਫੋਟੋਆਂ ਸ਼ੇਅਰ ਕੀਤੀਆਂ। ਇੱਕ ਬੜਾ ਦੁਖਦ ਮਾਹੌਲ ਬਣ ਗਿਆ ਸੀ। ਪਰ ਨਿਊਜ਼ ਏਸ਼ੀਆ ਪੰਜਾਬੀ ਦੀ ਸਾਰੀ ਟੀਮ ਦਾ ਪਰਿਵਾਰ ਦੇ ਨਾਲ ਪੂਰਾ ਸਾਥ ਹੈ ਤੇ ਅਸੀਂ ਇਹ ਚਾਹਾਂਗੇ ਕਿ ਭਾਣਾ ਮੰਨਣ ਤੇ ਆਉਣ ਵਾਲੇ ਟਾਈਮ ਦੇ ਵਿੱਚ ਸਦੂਰ ਸਿਕੰਦਰ ਜੀ ਦੀ ਜਿਹੜੀ ਇੱਕ ਪੰਜਾਬ ਨੂੰ ਦੇਣ ਹੈ, ਉਹਨੂੰ ਬਰਕਰਾਰ ਰੱਖਣ। ਕੁਲਵੰਤ ਜੀ, ਇਸ ਮੁੱਦੇ ਦੇ ਉੱਪਰ ਹੁਣ ਅਸੀਂ ਜਿਹੜਾ ਅੱਜ ਦੀ ਡਿਬੇਟ ਆ ਉਹ ਸ਼ੁਰੂ ਕਰਦੇ ਹਾਂ। ਕੁਲਵੰਤ ਜੀ, ਤੁਹਾਡੇ ਲਈ ਮੁੱਦਾ ਕੱਢ ਕੇ ਲਿਆਇਆ ਮੈਂ ਕਿ ਅੱਜ ਸ਼ਾਮ ਦੀ ਹੀ ਗੱਲ ਹੈ ਕਿ ਅੰਮ੍ਰਿਤਸਰ ਦੇ ਵਿੱਚ ਜਿਹੜੇ ਬੀਜੇਪੀ ਦੇ ਲੀਡਰ ਨੇ, ਰਾਜ ਸਭਾ ਦੇ ਮੈਂਬਰ ਨੇ ਸ਼ਵੇਤ ਮਲਿਕ, ਉਹ ਇੱਕ ਪ੍ਰੋਗਰਾਮ ਦੇ ਤਹਿਤ ਪਾਸਪੋਰਟ ਆਫਿਸ ਅੰਮ੍ਰਿਤਸਰ ਪਹੁੰਚੇ ਹੋਏ ਸੀਗੇ। ਉੱਥੇ ਉਹ ਜਿਵੇਂ ਕਿ ਉਹਨਾਂ ਨੂੰ ਆਲਾ ਕਮਾਨ ਵੱਲੋਂ ਹੁਕਮ ਦਿੱਤੇ ਹੋਏ ਸੀ ਵੀ ਤੁਸੀਂ ਜਾ ਕੇ ਫੀਲਡ ਦੇ ਵਿੱਚ ਜਾ ਕੇ ਕਿਸਾਨਾਂ ਨੂੰ ਜਿਹੜੇ 3 ਕ੍ਰਿਸ਼ੀ ਕਾਨੂੰਨ ਨੇ ਉਹ ਸਮਝਾਓ। ਉਸ ਦੇ ਦੌਰਾਨ ਉਹ ਆਏ ਹੋਏ ਸੀ ਤੇ ਉਹਨਾਂ ਜਦੋਂ ਉਹ ਇਹ ਕਾਨੂੰਨ ਸਮਝਾ ਰਹੇ ਸੀ ਤਾਂ ਉਹਨਾਂ ਨੂੰ ਉੱਥੋਂ ਮੌਕੇ ਤੋਂ ਇੱਕ ਭੱਜਣਾ ਪਿਆ। ਕਿਸਾਨਾਂ ਨੇ ਉਲਟਾ ਉਹਨਾਂ ਨੂੰ ਹੀ ਆਪਣੇ ਕਾਨੂੰਨਾਂ ਦੀ ਜਿਹੜੀ ਪੈਰਵੀ ਕਰਦੇ ਹੋਏ ਰੋਕਿਆ ਤੇ ਵਿੱਚੋਂ ਉਹਨਾਂ ਨਾਲ ਜਿੰਦਾਬਾਦ ਮੁਰਦਾਬਾਦ ਵੀ ਹੋਈ। ਕੀ ਇਹ ਪੂਰਾ ਮਾਮਲਾ ਸਾਡੇ ਦਰਸ਼ਕਾਂ ਨਾਲ ਸਾਂਝਾ ਕਰੋ। ਦੇਖੋ, ਇਸ ਤਰ੍ਹਾਂ ਹੈ ਕਿ ਇਹ ਜਿਹੜੇ ਸ਼ਵੇਤ ਮਲਿਕ ਸੀਗੇ, ਇਹ ਪਿਛਲੇ ਸਮੇਂ ਦੌਰਾਨ ਜਿਹੜਾ ਇਹ ਹੋਇਆ ਇਸ ਤਰ੍ਹਾਂ ਹੈ ਕਿ ਜਦੋਂ ਤੋਂ ਇਹ ਖੇਤੀ ਕਾਨੂੰਨ ਲਾਗੂ ਕੀਤੇ ਨੇ ਕੇਂਦਰ ਸਰਕਾਰ ਨੇ, ਉਦੋਂ ਤੋਂ ਹੀ ਇੱਕ ਸਮਰਥਨ ਲੈਣ ਦੀ ਜਿਹੜੀ ਹੈ ਕੋਸ਼ਿਸ਼ ਕੀਤੀ ਜਾ ਰਹੀ ਹੈ ਕੇਂਦਰ ਸਰਕਾਰ ਵੱਲੋਂ ਤੇ ਉਹਦੇ ਵਿੱਚ ਆਪਣੇ ਜਿੰਨੇ ਵੀ ਦਿੱਗਜ ਆਗੂ ਨੇ ਇਹਨਾਂ ਦੇ, ਪੰਜਾਬ, ਹਰਿਆਣਾ, ਦਿੱਲੀ ਜਾਂ ਮਤਲਬ ਕੇਂਦਰ ਸਰਕਾਰ ਦੇ ਵਿੱਚ ਜਿਹੜੇ ਬੰਦੇ ਬੈਠੇ ਨੇ, ਇਹਨਾਂ ਦੇ ਮੰਤਰੀ ਸੰਜੀਵ ਵਾਲਿਆਂ ਨੂੰ ਆਪਾਂ ਦੇਖਿਆ ਪਿੰਡ ਦੇ ਵਿੱਚ ਗਏ ਆ, ਹੋਰ ਵੀ ਇਹਨਾਂ ਦੇ ਖੱਟੜ ਵੀ ਹੈਗੇ ਨੇ ਜੀਵਨਦਾਨ ਸ਼ਵੇਤ ਮਲਿਕ ਦੇ ਨਾਲ ਜੋ ਅੱਜ ਹੋਇਆ। ਇਸ ਤੋਂ ਇਲਾਵਾ ਵੀ ਜਿਹੜੇ ਬਹੁਤ ਸਾਰੇ ਸੀਨੀਅਰ ਆਗੂਆਂ ਦੇ ਨਾਲ ਇਸ ਤਰ੍ਹਾਂ ਹੁੰਦਾ ਹੈ ਤੇ ਉਹ ਕੋਸ਼ਿਸ਼ ਇਹ ਕਰ ਰਹੇ ਨੇ ਕਿ ਅਸੀਂ ਕਿਸੇ ਤਰੀਕੇ ਦੇ ਕਿਸਾਨਾਂ ਨੂੰ ਇਹ ਦਿਖੀਏ ਕਿਸੇ ਪਾਸੇ ਜਾ ਕੇ ਵੀ ਕਿਸਾਨਾਂ ਨੂੰ ਅਸੀਂ ਸਮਝਾ ਰਹੇ ਹਾਂ, ਜੇ ਕਿਸਾਨ ਸਾਡੀ ਗੱਲ ਸੁਣ ਰਹੇ ਨੇ ਤੇ ਆਉਣ ਵਾਲੇ ਟਾਈਮ ਦੇ ਵਿੱਚ ਇਹ ਅਸੀਂ ਇਸ ਦੇ ਵਿੱਚ ਕਿਸਾਨਾਂ ਨੂੰ ਸਮਝਾਉਣ 'ਚ ਕਾਮਯਾਬ ਹੋ ਜਾਵਾਂਗੇ। ਲੇਕਿਨ ਹੁਣ ਤੱਕ ਜਿੰਨੇ ਵੀ ਕੋਸ਼ਿਸ਼ਾਂ ਕੀਤੀਆਂ ਗਈਆਂ ਨੇ, ਸਾਰੀਆਂ ਕੋਸ਼ਿਸ਼ਾਂ ਦੇ ਵਿੱਚ ਜਿਹੜਾ ਉੱਥੇ ਕਿਸਾਨ ਮੌਕੇ ਤੇ ਪਹੁੰਚੇ ਨੇ, ਉਹਨਾਂ ਨੇ ਦੱਬ ਕੇ ਉਸ ਚੀਜ਼ ਦਾ ਵਿਰੋਧ ਕੀਤਾ ਤੇ ਆਖਰਕਾਰ ਉਹਨਾਂ ਨੂੰ ਜਾਂ ਤਾਂ ਉਹਨਾਂ ਨੂੰ ਆਪਣੇ ਹੀ ਧਰਨਿਆਂ 'ਚ ਕਿਸਾਨਾਂ ਨੇ ਬਿਠਾ ਲਿਆ ਉੱਥੇ, ਜਾਂ ਫਿਰ ਉੱਥੋਂ ਉਹਨਾਂ ਨੂੰ ਭੱਜਣਾ ਪਿਆ। ਜੇ ਤੁਸੀਂ ਉਹ ਦੇਖ ਲਓ, ਤੁਸੀਂ ਇਹਨਾਂ ਦੇ ਹੰਸ ਪਿੱਛੇ ਜਾਏ ਸੀ, ਉਹਨਾਂ ਨੂੰ ਪੁਲਿਸ ਜਿਹੜੀ ਆ ਉਹ ਗਲੀਆਂ ਦੇ ਵਿੱਚੋਂ ਦੀ ਕੱਢ ਕੇ ਲੈ ਕੇ ਗਈ ਸੀ। ਸ਼ਵੇਤ ਮਲਿਕ ਦੇ ਨਾਲ ਵੀ ਇਸੇ ਤਰ੍ਹਾਂ ਹੋ ਚੁੱਕਿਆ। ਇਸ ਤੋਂ ਇਲਾਵਾ ਬਹੁਤ ਸਾਰੇ ਜਿਹੜੇ ਇਹਨਾਂ ਦੇ ਆਗੂ ਨੇ, ਉਹਨਾਂ ਦੇ ਨਾਲ ਇਸੇ ਤਰ੍ਹਾਂ ਜਿਹੜਾ ਪੰਜਾਬ ਹਰਿਆਣਾ ਦੇ ਵਿੱਚ ਹੋ ਰਿਹਾ, ਸੰਜੀਵ ਵਾਲਿਆਂ ਦੇ ਨਾਲ ਜੋ ਕੁਛ ਹੋਇਆ ਤੁਸੀਂ ਦੇਖ ਸਕਦੇ ਹੋ। ਲੋਕੀ ਜਿਹੜੇ ਚਲੋ ਇੱਕ ਦੋ ਜਗ੍ਹਾ ਵਿਰੋਧ ਵੀ ਹੋਇਆ ਉਹਨਾਂ ਦਾ ਤੇ ਬਾਕੀ ਜਗ੍ਹਾ ਤੇ ਉੱਥੋਂ ਲੋਕੀ ਉਹਨਾਂ ਦੇ ਛੱਡ ਕੇ ਚਲੇ ਗਏ ਖਾਲੀ ਜਿਹੜੇ ਉਹ ਥਾਵਾਂ ਦੇ ਉੱਤੇ ਜਾ ਕੇ ਉਹਨਾਂ ਨੂੰ ਪਰਸੋਂ ਝੜਪ ਵੀ ਹੋਈ ਹੈ ਉਹਨਾਂ ਦੀ ਆਪਣੇ ਹੀ ਲੀਡਰਾਂ ਦੇ ਨਾਲ। ਆਪਣੇ ਹੀ ਜਿਹੜੇ ਉਹਨਾਂ ਦੇ ਵਰਕਰ ਸੀਗੇ, ਆਪਣੇ ਹੀ ਵਰਕਰਾਂ ਨੇ ਉਸ ਚੀਜ਼ ਦਾ ਜਦੋਂ ਵਿਰੋਧ ਕੀਤਾ ਤੇ ਉਹਨਾਂ ਦੇ ਨਾਲ ਸਮਰਥਕ ਆਏ ਸੀਗੇ ਸੰਜੀਵ ਵਾਲਿਆਂ ਦੇ, ਉਹਨਾਂ ਨੇ ਉਹਨਾਂ ਤੇ ਹਮਲਾ ਕੀਤਾ। ਚਲੋ ਲੜਾਈ ਉਹਨਾਂ ਦੀ ਕਾਫੀ ਝਗੜਾ ਵੀ ਹੋਇਆ। ਸੋ ਇਹ ਮਾਮਲਾ ਕਾਫੀ ਗੰਭੀਰ ਹੋ ਰਿਹਾ। ਇੱਕ ਪਾਸੇ ਅਗਰ ਦੇਖਿਆ ਜਾਵੇ ਤਾਂ ਕੇਂਦਰ ਸਰਕਾਰ ਕਿਸਾਨਾਂ ਨਾਲ ਜਦੋਂ ਗੱਲਬਾਤ ਦੇ ਉੱਤੇ ਸਿਰਫ ਪੌਜ਼ ਲਾਈ ਖੜੀ ਹੈ ਕਿ ਹੁਣ ਅੱਗੇ ਗੱਲਬਾਤ ਨਹੀਂ ਹੋਏਗੀ। ਇਹ ਇਸ ਦਾ ਬਿਆਨ ਜਿਹੜਾ ਉਹ ਤੋਮਰ ਸਾਹਿਬ ਦੇ ਬਿਆਨ ਨੂੰ ਅਗਰ ਦੇਖਿਆ ਜਾਵੇ ਤਾਂ ਜਦੋਂ ਉਹਨਾਂ ਨੂੰ ਪੁੱਛਿਆ ਜਾਂਦਾ ਕਿ ਤੁਸੀਂ ਅੱਗੇ ਕਿਸਾਨਾਂ ਨੂੰ ਗੱਲਬਾਤ ਲਈ ਹੁਣ ਸੱਦਾ ਕਦੋਂ ਦੇਣ ਜਾ ਰਹੇ ਹੋ, ਤਾਂ ਉਹਨਾਂ ਦਾ ਇਸ ਦੇ ਉੱਤੇ ਕੋਈ ਗੱਲਬਾਤ ਕਰਦੇ ਹੀ ਨਹੀਂ ਹੈਗੇ। ਉਹ ਕਹਿੰਦੇ ਸੀ ਕਿ ਸਾਡੀ ਕਈ ਗੱਲਬਾਤ ਦੀ ਦੌਰ ਹੋਈ ਆ, ਕਹਿੰਦੇ ਸੱਦਾ ਕਦੋਂ ਦੇਣ ਜਾ ਰਹੇ ਹੋ, ਤਾਂ ਉਹ ਕਹਿੰਦੇ ਤੁਸੀਂ ਆਪਣੀ ਗੱਲ ਮੇਰੇ ਮੂੰਹ 'ਚ ਨਹੀਂ ਪਾ ਸਕਦੇ, ਮੈਂ ਜੋ ਕਹਿਣਾ ਸੀ ਮੈਂ ਕਹਿ ਦਿੱਤਾ।
ਯਾਨੀ ਸਪਸ਼ਟ ਹੈ ਕਿ ਉਹ ਅੱਗੇ ਹਲੇ ਇਸ ਗੱਲ ਦੇ ਉੱਤੇ ਜਿਹੜੇ ਆਉਣ ਨੂੰ ਤਿਆਰ ਨਹੀਂ ਹੈ, ਜਾਂ ਹਲੇ ਆਉਣ ਨੂੰ ਆਪ ਤਿਆਰ ਨਹੀਂ ਹੈਗੇ, ਜਾਂ ਫਿਰ ਪਿੱਛੋਂ ਉਹਨਾਂ ਨੂੰ ਹਲੇ ਨਿਰਦੇਸ਼ ਨਹੀਂ ਮਿਲੇ ਵੀ ਇਹਦੇ ਤੇ ਤੁਸੀਂ ਕੀ ਕਰਨਾ ਹੈ। ਫਿਰ ਇਸ ਮੌਕੇ ਤੇ ਜਿਵੇਂ ਰਕੇਸ਼ ਟਿਕੈਤ ਜਾਂ ਨਰੇਸ਼ ਟਿਕੈਤ ਉਹਨੇ ਕਹਿੰਦੇ ਨੇ ਕਿ ਕੋਈ ਇਹੋ ਜਿਹਾ ਰਸੂਖਦਾਰ ਨੇਤਾ ਭੇਜੋ ਜਿਹਦੇ ਹੱਥ ਦੇ ਵਿੱਚ ਹੱਥ ਪੱਲੇ ਕੁਝ ਹੋਵੇ, ਕੁਝ ਕਰਨ ਜੋਗੇ ਅਗਲੇ ਹੋਣ, ਕੋਈ ਫੈਸਲਾ ਲੈਣ ਦਾ ਹੱਕ ਉਹ ਰੱਖਦੇ ਹੋਣ। ਕੀ ਤੁਹਾਨੂੰ ਲੱਗਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਨਰਿੰਦਰ ਮੋਦੀ ਆਪ ਖੁਦ ਜਾਂ ਅਮਿਤ ਸ਼ਾਹ ਜਿਹੜੇ ਹਮ ਦੋ ਦੀ ਗੱਲ ਹੁੰਦੀ ਹੈ ਕਾਂਗਰਸ ਦੇ ਵੱਲੋਂ, ਉਹ ਹੋ ਸਕਦਾ ਕਿ ਆਉਣ ਵਾਲੇ ਟਾਈਮ ਦੇ ਵਿੱਚ ਕਿਸਾਨਾਂ ਨਾਲ ਮੀਟਿੰਗ ਕਰਨ? ਦੇਖੋ ਬਿਲਕੁਲ ਇਹ ਕਿਸਾਨਾਂ ਨਾਲ ਮੀਟਿੰਗ ਜਿਹੜੀ ਆ ਉਹ ਇਸ ਵਾਰ ਜਿਹੜੇ ਨੇ ਕਿਸਾਨ ਪੱਕੇ ਬੈਰ ਹੋ ਕੇ ਚੱਲ ਰਹੇ ਨੇ। ਇਸੇ ਕਰਕੇ ਇਹ ਬਿਆਨ ਆਇਆ ਰਕੇਸ਼ ਟਿਕੈਤ ਉਹਨਾਂ ਦਾ ਵੀ ਸਾਡੇ ਨਾਲ ਉਹ ਬੰਦਾ ਗੱਲ ਕਰੇ ਜਿਹਦੇ ਕੋਲੇ ਗੱਲ ਕਰਨ ਦੀ ਅਥਾਰਟੀ ਹੋਵੇ, ਕੁਝ ਡਿਸੀਜਨ ਫੈਸਲਾ ਲੈਣ ਦਾ ਜਿਹੜਾ ਉਹਦੇ ਕੋਲੇ ਸਮਰੱਥਾ ਹੋਵੇ ਜੀ। ਤੇ ਹੁਣ ਤੱਕ ਜਿਹੜੇ ਜਿੰਨੇ ਵੀ ਹੁਣ ਪਿੱਛੇ ਜਿਹੜੀ ਗੱਲਬਾਤ ਹੋਈ ਸੀ ਤਾਂ ਉਹਦੇ ਵਿੱਚ ਨਰਿੰਦਰ ਤੋਮਰ ਜਿਹੜੇ ਸੀਗੇ ਉਹ ਸਪਸ਼ਟ ਜਿਹੜਾ ਮੀਡੀਆ ਦੇ ਵਿੱਚ ਆਇਆ ਕਿ ਉਹਨਾਂ ਨੂੰ ਅਮਿਤ ਸ਼ਾਹ ਦੇ ਨਾਲ ਕਈ ਵਾਰੀ ਗੱਲਬਾਤ ਕਰਨੀ ਪਈ ਤੇ ਉਸ ਤੋਂ ਬਾਅਦ ਜਿਹੜਾ ਉਹ 1.5 ਸਾਲ ਲਈ ਜਿਹੜਾ ਉਹ ਕਾਨੂੰਨ ਕਰਨ ਲਈ ਜਿਹੜਾ ਉਹ ਉਸ ਤੋਂ ਬਾਅਦ ਜਿਹੜੀ ਉਹ ਫੈਸਲਾ ਆਇਆ। ਯਾਨੀ ਉਹਨਾਂ ਦਾ ਇਹ ਕਹਿਣਾ ਉਸ ਤੋਂ ਬਾਅਦ ਹੀ ਆਉਂਦਾ ਕਿ ਸਾਡੇ ਨਾਲ ਉਹ ਬੰਦੇ ਹੁਣ ਗੱਲ ਕਰਨ ਜਿਨ੍ਹਾਂ ਕੋਲੇ ਗੱਲਬਾਤ ਕਰਨ ਦੇ ਹੱਕ ਨੇ, ਹਕੂਕ ਨੇ, ਅਥਾਰਟੀ ਹੈਗੀ ਹੈ। ਦੂਜੇ ਬੰਦੇ ਜਿਨ੍ਹਾਂ ਨੇ ਪੁੱਛ ਕੇ ਗੱਲ ਕਰਨੀ ਹੈ ਫਿਰ ਉਹਨਾਂ ਨਾਲ ਅਸੀਂ ਗੱਲ ਕਰਨ ਨੂੰ ਤਿਆਰ ਨਹੀਂ ਹੈਗੇ। ਇਸੇ ਕਾਰਨ ਜਿਹੜਾ ਹੈਗਾ ਉਹ ਜੋ ਕੁਝ ਵੀ ਬਿਆਨ ਆਉਂਦੇ ਨੇ, ਅਗਰ ਤੋਮਰ ਸਾਹਿਬ ਦਾ ਬਿਆਨ ਤੁਸੀਂ ਅਗਰ ਚੈੱਕ ਕਰ ਲਓ ਤਾਂ ਉਹ ਇਸ ਚੀਜ਼ ਤੋਂ ਬਚਦੇ ਨਜ਼ਰ ਆਉਂਦੇ ਨੇ। ਜੇ ਉਹਨਾਂ ਕੋਲ ਅਥਾਰਟੀ ਹੁੰਦੀ ਤਾਂ ਉਹ ਸਿੱਧਾ ਇਹ ਕਹਿ ਸਕਦੇ ਸੀਗੇ ਕਿ ਅਸੀਂ ਗੱਲ ਕਰਾਂਗੇ ਜਾਂ ਜੋ ਵੀ ਉਹਨਾਂ ਦਾ ਬਿਆਨ ਹੋਣਾ ਸੀ ਉਹਦਾ ਹੀ ਕਰਾਂਗੇ, ਲੇਕਿਨ ਉਹ ਇਸ ਗੱਲ ਤੋਂ ਬਚਦੇ ਨਜ਼ਰ ਆਏ ਤੇ ਸਪਸ਼ਟ ਇਹ ਕਹਿਤਾ ਵੀ ਤੁਸੀਂ ਆਪਣੀ ਗੱਲ ਮੇਰੇ ਮੂੰਹ 'ਚ ਨਹੀਂ ਪਾ ਸਕਦੇ ਜੀ। ਮਤਲਬ ਇਹ ਹੈ ਕਿ ਇਹ ਹਲੇ ਉਹਨਾਂ ਨੂੰ ਪਿੱਛੋਂ ਕਿਸੇ ਪਾਸੋਂ ਹੌਲੇ ਹੁਕਮ ਨਹੀਂ ਆਏ, ਜੋ ਹੁਕਮ ਆਣਗੇ ਉਹਦੇ ਮੁਤਾਬਕ ਚੱਲਣਗੇ। ਤੇ ਇਹੀ ਗੱਲ ਜਿਹੜੇ ਕਿਸਾਨ ਕਹਿ ਰਹੇ ਨੇ ਕਿ ਸਾਨੂੰ ਉਹ ਬੰਦੇ ਦਿਓ ਜਿਹੜੇ ਬੰਦਿਆਂ ਕੋਲ ਗੱਲ ਕਰਨ ਦੇ ਅਧਿਕਾਰ ਹੋਣ ਜੀ। ਪਰਸੋਂ ਕਿਸਾਨਾਂ ਵੱਲੋਂ ਸਮੁੱਚੇ ਤੌਰ ਦੇ ਉੱਤੇ ਇੱਕ ਪਗੜੀ ਸੰਭਾਲ ਜੱਟਾਂ ਪ੍ਰੋਗਰਾਮ ਵੀ ਦਿੱਤਾ ਗਿਆ ਸੀਗਾ, ਜਿਹੜਾ ਕਿ 1907 ਦੇ ਕੋਡ ਜਾ ਕੇ ਜੁੜਦਾ ਹੈ, ਜਦੋਂ ਪਗੜੀ ਸੰਭਾਲ ਜੱਟਾਂ ਲਹਿਰ ਚਲਾਈ ਗਈ ਸੀ। ਲਾਲਾ ਲਾਜਪਤ ਰਾਏ ਵੀ ਉਹਦੇ ਵਿੱਚ ਸੀਗੇ। ਉਸ ਤੋਂ ਬਾਅਦ ਭਗਤ ਸਿੰਘ ਜੀ ਦੇ ਮਰਹੂਮ ਚਾਚਾ ਅਜੀਤ ਸਿੰਘ ਜੀ ਵੀ ਉਹਦੇ ਨਾਲ ਜੁੜੇ ਹੋਏ ਸੀਗੇ। ਦਰਸ਼ਕੋ, ਤੁਹਾਨੂੰ ਬੜੇ ਜਾਣ ਕੇ ਹੈਰਤ ਹੋਏਗੀ ਕਿ ਉਸ ਟਾਈਮ ਵੀ ਜਿਹੜੇ ਇਹ ਮੁਹਿੰਮ ਚਲਾਈ ਗਈ ਸੀ, ਉਹ ਮੁਹਿੰਮ ਕੁਲਵੰਤ ਜੀ ਜਿਹੜੇ ਉਸ ਟਾਈਮ ਵੀ 3 ਕਾਨੂੰਨ ਨੇ ਜਿਹੜੇ ਲਿਆਂਦੇ ਗਏ ਸੀ ਅੰਗਰੇਜ਼ ਸਰਕਾਰ ਵੱਲੋਂ, ਜਿਹਦੇ ਉੱਤੇ ਇੱਕ ਪੰਜਾਬ ਨੂੰ ਐਲੀਨੇਟ ਕਰਨ ਦਾ ਵੀ ਇੱਕ ਕਾਨੂੰਨ ਸੀਗਾ, ਜਿਹਦੇ ਵਿੱਚ ਉਹਨਾਂ ਨੇ ਪਾਣੀ ਦੇ ਰੇਟ ਵਧਾਏ ਸੀਗੇ, ਜਿਹਦੇ ਵਿੱਚ ਉਹਨਾਂ ਨੇ ਫਸਲਾਂ ਦੇ ਜਿਹੜੇ ਰੇਟ ਆ ਉਹ ਡਾਊਨ ਕੀਤੇ ਸੀ। ਤੇ ਇਹਦੇ ਵਿੱਚ ਰੱਜ ਕੇ ਵਿਰੋਧ ਹੋਇਆ ਸੀਗਾ, ਉਹਨਾਂ ਨੂੰ ਵੀ ਕਾਲੇ ਕਾਨੂੰਨ ਦੱਸਿਆ ਗਿਆ ਸੀਗਾ। ਉਸ ਤੋਂ ਬਾਅਦ 15 ਮਹੀਨਿਆਂ ਦਾ ਤੱਕ ਜਿਹੜਾ ਇਹ ਚੱਲਿਆ ਸੀ ਟੋਟਲ ਜਿਹੜਾ ਪ੍ਰੋਗਰਾਮ ਹੈ, ਜਿਹੜਾ ਵਿਰੋਧ ਹੈ ਕਿਸਾਨਾਂ ਵੱਲੋਂ ਉਹ ਚੱਲਿਆ ਗਿਆ ਸੀਗਾ। ਤੇ ਉਸ ਤੋਂ ਬਾਅਦ ਕਾਲੇ ਪਾਣੀ ਦੀ ਸਜ਼ਾ ਹੋਈ ਸੀਗੀ ਲਾਲਾ ਲਾਜਪਤ ਰਾਏ ਨੂੰ ਵੀ ਤੇ ਚਾਚਾ ਅਜੀਤ ਸਿੰਘ ਨੂੰ ਵੀ। ਤੇ ਹੁਣ ਜੇਕਰ ਆਪਾਂ ਦੇਖੀਏ ਕਿ ਕਿਸਾਨ ਨੇ ਜਿਹੜੇ ਇੱਕ ਅਨਰੈਸਟ ਹੈ ਜਿਹੜਾ ਉਹ ਕਿਸਾਨਾਂ ਦੇ ਵਿੱਚ ਵੀ ਦੇਖਿਆ ਜਾ ਸਕਦਾ ਹੈ ਕਿ ਸੋਚਿਆ ਨਹੀਂ ਸੀਗਾ ਜਿਹੜੀ ਆਮ ਜਨਤਾ ਹੈ, ਠੀਕ ਹੈ, ਉਹ ਨਾਲ ਉੱਠ ਕੇ ਚੱਲੀ ਹੈ, ਪੰਜਾਬ ਦਾ ਯੂਥ ਚੱਲਿਆ, ਪੰਜਾਬ ਦਾ ਜਿਹੜਾ ਵਰਗ ਹੈ ਉਹ ਚੱਲਿਆ ਇੱਕ, ਪਰ ਕਿਸੇ ਨੂੰ ਵੀ ਇਹੀ ਨਹੀਂ ਸੀਗਾ ਵੀ ਇੰਨਾ ਲੰਬਾ ਚਲਾ ਜਾਏਗਾ ਅੰਦੋਲਨ। ਸ਼ਾਇਦ ਕਿਸੇ ਨੇ ਦੇਖਿਆ ਵੀ ਨਹੀਂ ਸੀਗਾ। ਜਿਹੜੇ 22 25 ਸਾਲਾਂ ਦੇ ਮੁੰਡੇ ਗਏ ਨੇ ਉਹਨਾਂ ਨੇ ਕਦੀ ਐਡੇ ਵੱਡੇ ਸੰਘਰਸ਼ ਦੇਖੇ ਨਹੀਂ। ਆਉਣ ਵਾਲੇ ਟਾਈਮ ਦੇ ਵਿੱਚ ਕੀ ਹੋ ਸਕਦਾ, ਜਿਵੇਂ ਰਕੇਸ਼ ਟਿਕੈਤ ਕਹਿ ਰਹੇ ਨੇ ਕਿ ਅਸੀਂ ਪਾਰਲੀਮੈਂਟ ਦਾ ਹੁਣ ਘਿਰਾਅ ਕਰਾਂਗੇ 40 ਲੱਖ ਟਰੈਕਟਰ ਲੈ ਕੇ, ਤੇ ਇਹਦੇ ਉੱਪਰ ਅੱਜ ਇੱਕ ਗਰਮਾ ਗਰਮ ਬਹਿਸ ਵੀ ਹੋਈ ਹੈ, ਉਹਦੇ ਤੇ ਬਾਅਦ ਚ ਆਵਾਂਗੇ। ਕੀ ਤੁਸੀਂ ਦੇਖਦੇ ਹੋ ਕਿ ਹੁਣ ਇੱਕ ਨਵਾਂ ਪ੍ਰੋਗਰਾਮ ਦੇਣ ਦੀ ਲੋੜ ਹੈ ਜਾਂ ਕਿਸਾਨ ਆਗੂ ਆਪਣੀ ਪੇਸ ਦੇ ਉੱਪਰ ਠੀਕ ਚੱਲ ਰਹੇ ਨੇ, ਉਹ ਜਾਣਦੇ ਨੇ ਵੀ ਕੀ ਕਰ? ਦੇਖੋ ਜਿਸ ਤਰੀਕੇ ਜੇ ਆਪਾਂ ਅਗਰ ਦੇਖਿਆ ਜਾਵੇ 26 ਜਨਵਰੀ ਤੋਂ ਪਹਿਲਾਂ ਜਿਹੜੀ ਹਿੰਸਾ ਹੋਈ ਹੈ, ਉਸ ਤੋਂ ਪਹਿਲਾਂ ਜਿਹੜਾ ਉਹ ਅੰਦੋਲਨ ਆਪਣੇ ਪੀਕ ਦੇ ਉੱਤੇ ਸੀ, ਆਪਣਾ ਪੂਰੇ ਉਹਦੇ ਤੇ ਟੌਪ ਦੇ ਉੱਤੇ ਚੱਲ ਰਿਹਾ ਸੀ ਜੀ। 26 ਜਨਵਰੀ ਨੂੰ ਆ ਕੇ ਵੱਡੀ ਢਾਲ ਲੱਗੀ ਹੈ ਜੀ, ਅੰਦੋਲਨ ਫੇਰ ਨਵੇਂ ਸਿਰਿਆਂ ਤੋਂ ਸ਼ੁਰੂ ਹੋਇਆ ਤੇ ਹੁਣ ਪੜਾਅ ਜਿਹੜਾ ਪੜਾਅ ਦਰ ਪੜਾਅ ਜਿਹੜਾ ਅੱਗੇ ਵਧਦਾ ਚਲਾ ਜਾ ਰਿਹਾ। ਇਹੀ ਚੀਜ਼ ਜਿਹੜੀ ਹੈ ਇਹਨਾਂ ਨੂੰ ਕਰਨੀ ਪੈਣੀ ਹੈ। ਜੇਕਰ ਹੁਣ ਵੀ ਇਹਨਾਂ ਨੇ ਸਿੱਧਾ ਡਾਇਰੈਕਟ ਉਹਦੇ ਤੇ ਆ ਕੇ ਜਿਸ ਤਰ੍ਹਾਂ ਪਹਿਲਾਂ ਚੱਲ ਰਹੇ ਸੀਗੇ ਤੇ ਉਹ ਚੀਜ਼ ਜਿਹੜੀ ਆ ਅੱਗੇ ਚੱਲ ਕੇ ਇਹਨਾਂ ਨੂੰ ਨੁਕਸਾਨਦਾਇਕ ਸਾਬਤ ਹੋ ਸਕਦੀ ਹੈ। ਜਿਉਂ ਲੋਕੀ ਜਿਹੜੇ ਹਲੇ ਲੋਕਾਂ ਦੀ ਨਬਜ਼ ਉਹਨਾਂ ਨੂੰ ਸਮਝ ਆ ਰਹੀ ਹੈ ਕਿ ਦੁਬਾਰਾ ਲੋਕੀ ਉਸ ਲੈਵਲ ਤੇ ਆ ਰਹੇ ਨੇ, ਉਸ ਚੀਜ਼ ਦੇ ਉੱਤੇ ਆ ਰਹੇ ਨੇ ਜਿਸ ਚੀਜ਼ ਦੇ ਉੱਤੇ ਪਹਿਲਾਂ ਸੀਗੇ, ਜਿੰਨਾ ਜੋਸ਼ ਉਹਨਾਂ ਦਾ ਕੋਲ ਪਹਿਲਾਂ ਸੀਗਾ, ਕਿ ਉਹ ਜੋਸ਼ ਅੱਜ ਵੀ ਬਰਕਰਾਰ ਹੈ, ਹੁਣ ਵੀ ਬਰਕਰਾਰ ਹੈ। ਤੇ ਜੇਕਰ ਉਹ ਜੋਸ਼ ਬਰਕਰਾਰ ਹੈ ਤਾਂ ਫਿਰ ਉਹਨਾਂ ਨੂੰ ਉਹ ਉਸ ਮੁਤਾਬਕ ਜਿਹੜਾ ਆਪਣਾ ਅੱਗੇ ਪ੍ਰੋਗਰਾਮ ਦੇਣਾ ਪਏਗਾ। ਇਸੇ ਕਰਕੇ ਉਹ ਲੋਕਾਂ ਦੀ ਨਬਜ਼ ਟੋ ਰਹੇ ਨੇ ਹਾਲੇ ਹੌਲੀ ਹੌਲੀ ਪ੍ਰੋਗਰਾਮ ਦੇ ਕੇ, ਤੇ ਜਿਉਂ ਪ੍ਰੋਗਰਾਮ ਦਿੱਤੇ ਜਾ ਰਹੇ ਨੇ ਤਿਉਂ ਉਹਨਾਂ ਦਾ ਸਮਰਥਨ ਜਿਹੜਾ ਉੱਥੇ ਵੱਧਦਾ ਚਲਾ ਜਾ ਰਿਹਾ। ਤੇ ਜਿਹੜਾ ਪ੍ਰੋਗਰਾਮ ਹੁਣ ਜਿਹੜਾ 23 ਤਰੀਕ ਦੀ ਤੁਸੀਂ ਗੱਲ ਕਰ ਰਹੇ ਹੋ ਤੇ ਉਹ ਪ੍ਰੋਗਰਾਮ ਵੀ ਜਿਹੜਾ ਇਸੇ ਤਰ੍ਹਾਂ ਦਿੱਤਾ ਗਿਆ ਤੇ ਅੱਗੇ ਜਿਹੜਾ 40 ਲੱਖ ਟਰੈਕਟਰਾਂ ਵਾਲਾ ਸੀਗਾ, ਤੁਸੀਂ ਯਾਦ ਕਰੋ ਕਿ ਰਕੇਸ਼ ਟਿਕੈਤ ਹੋਣਾ ਨੇ ਜਿਹੜਾ 40 ਲੱਖ ਟਰੈਕਟਰਾਂ ਦੇ ਨਾਲ ਮਾਰਚ ਕਰਨ ਦੀ ਗੱਲ ਕੀਤੀ ਸੀ, ਉਹ ਗੱਲ ਕੀਤੀ ਸੀ ਅਕਤੂਬਰ 'ਚ ਜਾ ਕੇ ਜੀ। ਤੇ
ਕਿਉਂਕਿ ਹੁਣ ਅੱਗੇ ਫਸਲ ਦੀ ਕਟਾਈ ਦਾ ਮੌਸਮ ਆ ਰਿਹਾ ਜੀ, ਤੇ ਇਸ ਨੂੰ ਲੈ ਕੇ ਜਿਹੜੇ ਉੱਥੇ ਬੈਠੇ ਧਰਨੇ ਤੇ ਬੈਠੇ ਕਿਸਾਨ ਨੇ ਉਹਨਾਂ ਦੇ ਵਿੱਚ ਇੱਕ ਅੰਦਰ ਮਨ ਦੇ ਵਿੱਚ ਇਹ ਲੱਗਾ ਹੋਇਆ ਵੀ ਕਿਤੇ ਸਾਡੀ ਫਸਲ ਨਾ ਖਰਾਬ ਹੋ ਜਾਏ, ਸਾਡਾ ਸਾਲ ਮਾਰਿਆ ਜਾਏਗਾ, ਸਾਡਾ ਘਰ ਦੇ ਵਿੱਚ ਦਾਣੇ ਮੁੱਕ ਜਾਣਗੇ। ਤੇ ਉਹ ਸਾਰੇ ਜਿੰਨਾ ਵੀ ਉੱਥੇ ਕਿਸਾਨ ਵਰਗ ਬੈਠਾ ਹੈ, ਜੇ ਆਪਾਂ ਕੈਪਟਨ ਅਮਰਿੰਦਰ ਸਿੰਘ ਦੀ ਗੱਲ ਨੂੰ ਦੀ ਪ੍ਰੌੜਤਾ ਕਰੀਏ ਤਾਂ ਉੱਥੇ ਜਿਹੜਾ ਮੱਧਮ ਮੀਡੀਅਮ ਵਰਗ ਦਾ ਕਿਸਾਨ ਬੈਠਾ, ਛੋਟਾ ਕਿਸਾਨ ਬੈਠਾ, 2 ਏਕੜ ਤੋਂ ਘੱਟਦੇ ਜਾਂ 2 ਏਕੜ ਜਾਂ 3 ਏਕੜ 5 ਏਕੜ ਤੋਂ ਘੱਟਦੇ ਕਿਸਾਨ ਬੈਠੇ ਨੇ ਸਾਰੇ ਜੀ। ਤੇ ਇਹ ਚੀਜ਼ ਜਿਹੜੀ ਹੈਗੀ ਆ ਉਹ ਵੱਡੀ ਲੈਵਲ ਦੇ ਉੱਤੇ ਜਿਹੜੇ ਕਿਸਾਨਾਂ ਨੂੰ ਚਿੰਤਾ ਦਾ ਵਿਸ਼ਾ ਬਣੀ ਗਈ ਆ ਕਿ ਜੇ ਸਾਡੀ ਫਸਲ ਖਰਾਬ ਹੋ ਗਈ ਤੇ ਅਸੀਂ ਕਿੱਥੋਂ ਖਾਵਾਂਗੇ ਕਿੱਥੋਂ ਜੀ, ਕਿਉਂਕਿ ਛੋਟਾ ਕਿਸਾਨ ਹੈ ਤੇ ਛੋਟੇ ਕਿਸਾਨ ਨੂੰ ਜਿਹੜਾ ਹੈ ਇਸ ਚੀਜ਼ ਦੀ ਚਿੰਤਾ ਹੋਣੀ ਲਾਜ਼ਮੀ ਹੈ। ਇਹੀ ਚਿੰਤਾ ਜਿਹੜੀ ਆ ਉਹ ਫਿਰ ਅੱਗੇ ਜਿਹੜੇ ਆਗੂਆਂ ਦੇ ਵਿੱਚ ਵੀ ਬੈਠੀ ਆ। ਜਿਹੜਾ ਫੈਸਲਾ ਅਕਤੂਬਰ ਦੇ ਵਿੱਚ ਜਿਹੜਾ 40 ਲੱਖ ਟਰੈਕਟਰਾਂ ਦਾ ਜਿਹੜਾ ਦੇਣ ਦੀ ਗੱਲ ਕੀਤੀ ਸੀ, ਉਹ ਫੈਸਲਾ ਹੁਣ ਇਹਨਾਂ ਨੇ ਹੁਣੀ ਸੁਣਾਤਾ ਕਿ ਅਸੀਂ 40 ਲੱਖ ਟਰੈਕਟਰਾਂ ਦਾ ਜਿਹੜਾ ਉਹ ਮਾਰਚ ਕੱਢਾਂਗੇ, ਕਿਉਂਕਿ 40 ਲੱਖ ਤੇ ਤੁਸੀਂ ਜਿਹੜੇ ਆ ਸਾਨੂੰ ਕਿਸਾਨ ਆਗੂ ਜਿਹੜੇ ਇਸ ਚੀਜ਼ ਦੀ ਤਿਆਰੀ ਕਰਨ ਜੀ। ਤੋਂ ਇਸ ਤੋਂ ਸਪਸ਼ਟ ਹੁੰਦਾ ਇੱਕ ਤਾਂ ਰਾਕੇਸ਼ ਟਕੈਤ ਉਹਨਾਂ ਦੇ ਉੱਤੇ ਇਸ ਚੀਜ਼ ਦਾ ਦਬਾਅ ਆ ਗਿਆ ਕਿ ਤੁਸੀਂ ਇਹ ਬਿਆਨ ਕਿਉਂ ਦਿੱਤਾ ਜੀ। ਜਦੋਂ ਅਸੀਂ ਇਹ ਗੱਲ ਕੀਤੀ ਹੈ ਕਿ ਅਸੀਂ ਜਿਹੜਾ ਉਹ ਜਦੋਂ ਤੱਕ ਜਿਹੜੇ ਕਾਨੂੰਨ ਨਹੀਂ ਵਾਪਸ ਹੁੰਦੇ ਉਦੋਂ ਤੱਕ ਅਸੀਂ ਇਸ ਚੀਜ਼ ਨੂੰ ਜਿਹੜਾ ਅੰਦੋਲਨ ਜਿਹੜਾ ਉਹ ਚੱਲਦਾ ਰਹੇਗਾ, ਤੇ ਤੁਸੀਂ ਕਹਿ ਰਹੇ ਹੋ ਵੀ ਅਕਤੂਬਰ ਤੱਕ ਉਸ ਚੀਜ਼ ਨੂੰ ਖਤਮ ਕਰਨ ਲਈ ਇਹਨਾਂ ਨੇ ਇੱਕ ਤਾਂ ਰਾਕੇਸ਼ ਟਕੈਤ ਨੇ ਉਦੋਂ ਉਸ ਚੀਜ਼ ਦਾ ਬਿਆਨ ਦੇ ਦਿੱਤਾ। ਨੰਬਰ 2 ਦੇ ਉੱਤੇ ਜਿਹੜਾ ਕਿਸਾਨਾਂ ਦੀ ਲੱਗ ਰਹੀ ਹੈ ਵੀ ਆਉਣ ਵਾਲੇ ਸਮੇਂ 'ਚ ਫਸਲ ਦੀ ਕਟਾਈ ਮੌਕੇ ਬਾਰਡਰ ਖਾਲੀ ਨਾ ਹੋ ਜਾਣ, ਤੇ ਜਿਉਂ-ਜਿਉਂ ਬਾਰਡਰ ਖਾਲੀ ਹੋਣਗੇ ਉੱਥੇ ਜਿਹੜੀ ਫੋਰਸ ਵਧੇਗੀ, ਤੇ ਜਦੋਂ ਫੋਰਸ ਵਧੇਗੀ ਤਾਂ ਉੱਥੇ ਜਿਹੜੀ ਕਾਰਵਾਈ ਹੋਣ ਦੇ ਸੰਕੇਤ ਹੋਣਗੇ। ਇਸੇ ਕਰਕੇ ਉਹ ਪਹਿਲਾਂ ਹੀ ਚਾਹੁੰਦੇ ਨੇ ਕਿ ਫਸਲ ਦੀ ਕਟਾਈ ਤੋਂ ਪਹਿਲਾਂ ਜਿਹੜਾ ਉੱਥੇ ਜਿਹੜਾ ਹੈ ਐਡੇ ਵੱਡੇ ਲੈਵਲ ਦੇ ਉੱਤੇ ਕੀਤਾ ਜਾਵੇ। ਤੇ ਇਹ ਜਦੋਂ ਤੋਂ ਅਨਾਉਂਸਮੈਂਟ ਹੋਈ ਹੈ ਉਸ ਤੋਂ ਬਾਅਦ ਜਿਹੜੀ ਆ ਉਹ ਹਲਚਲ ਹੋਈ ਹੈ ਬੜੀ ਵੱਡੀ ਲੈਵਲ ਤੇ। ਜੇਪੀ ਦਲਾਲ ਹੋਣਾ ਦਾ ਬਿਆਨ ਤੁਸੀਂ ਸੁਣੋਗੇ ਤਾਂ ਉਹਨਾਂ ਨੇ ਬਿਆਨ ਵੀ ਇਹ ਕਹਿ ਰਿਹਾ ਵੀ ਇਹਨਾਂ ਇਸ ਲੈਵਲ ਦੇ ਉੱਤੇ ਨਹੀਂ ਕਰਨਾ ਚਾਹੀਦਾ, ਇਹਨਾਂ ਨੂੰ ਬਚਣਾ ਚਾਹੀਦਾ ਇਹਨਾਂ ਚੀਜ਼ਾਂ ਤੋਂ। ਪਹਿਲਾਂ ਵੀ 26 ਜਨਵਰੀ ਵਾਲੇ ਦਿਨ ਇਹਨਾਂ ਨੂੰ ਹੋ ਚੁੱਕਿਆ। ਚਾਹੇ ਤੁਸੀਂ ਨਰਿੰਦਰ ਤੋਮਰ ਉਹਨਾਂ ਦਾ ਬਿਆਨ ਦੇਖੋ ਤਾਂ ਉਹ ਵੀ ਇਸ ਗੱਲ ਨੂੰ ਜਿਹੜਾ ਲੈ ਕੇ ਜਿਹੜੇ ਕਾਫੀ ਚਿੰਤਤ ਨਜ਼ਰ ਆ ਰਹੇ ਨੇ। ਸੋ ਹਿਲਜੁਲ ਹੋਈ ਹੈ ਸਰਕਾਰ ਵੱਲੋਂ। ਹੁਣ ਵੇਖਣਾ ਇਹ ਹੋਵੇਗਾ ਕਿ ਇਹ ਪ੍ਰੋਗਰਾਮ ਕਦੋਂ ਦਿੰਦੇ ਨੇ। ਜਦੋਂ ਇਹ ਪ੍ਰੋਗਰਾਮ ਦਿੱਤਾ ਤਾਂ ਇਹ ਦੇਖਣਾ ਹੋਵੇਗਾ ਕਿ 40 ਲੱਖ ਟਰੈਕਟਰ ਜਿਹੜਾ ਦੇ ਨੇ ਉਹ ਕੀ ਪੰਜਾਬ, ਹਰਿਆਣਾ ਤੇ ਯੂਪੀ, ਰਾਜਸਥਾਨ ਚੋਂ ਹੀ ਆਉਣਗੇ ਕਿ ਪੂਰੇ ਦੇਸ਼ ਚੋਂ ਆਉਣਗੇ ਜੀ, ਇਹ ਦੇਖਣਾ ਦਿਲਚਸਪ ਹੋਏਗਾ। ਤੇ ਜੇ ਪੂਰੇ ਦੇਸ਼ ਤੋਂ ਆਉਂਦੇ ਨੇ ਫਿਰ ਇਹ ਚੀਜ਼ ਸਾਬਤ ਹੋ ਜਾਏਗੀ ਕਿ ਇਹ ਚੀਜ਼ ਜਿਹੜੀ ਹੈ ਅੰਦੋਲਨ ਜਿਹੜਾ ਇਹ ਪੰਜਾਬ ਹਰਿਆਣਾ ਦਾ ਨਹੀਂ ਹੈਗਾ, ਇਹ ਪੂਰੇ ਦੇਸ਼ ਦਾ ਹੈਗਾ ਜੀ। ਕੁਲਵੰਤ ਜੀ, ਸਟੇਟਮੈਂਟ ਮੈਂ ਬੋਲਣੀ ਚਾਹਾਂਗਾ ਪਰ ਉਸ ਤੋਂ ਪਹਿਲਾਂ ਤੁਹਾਡੇ ਨਾਲ ਇੱਕ ਰੈਪਿਡ ਫਾਇਰ ਮੈਂ ਕਰ ਲੂੰਗਾ। ਕੀ ਤੁਹਾਨੂੰ ਲੱਗਦਾ ਕਿ ਭਾਰਤ ਹਜੇ ਵੀ ਇੱਕ ਡੈਮੋਕ੍ਰੇਸੀ? ਦੇਖੋ, ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈਗਾ ਕਿ ਭਾਰਤ ਡੈਮੋਕ੍ਰੇਸੀ ਦੀ ਰਾਹ ਦੇ ਉੱਤੇ ਤੁਰਿਆ ਹੋਇਆ ਸੀ ਜੀ, ਹੁਣ ਵੀ ਤੁਰਿਆ ਹੋਇਆ, ਪਰ ਇਹਦੇ ਵਿੱਚ ਕਿਤੇ ਨਾ ਕਿਤੇ ਜਿਹੜੀ ਆ ਖੜੋਤ ਆਈ ਹੈ। ਆਪਾਂ ਇਹ ਨਹੀਂ ਕਹਿ ਸਕਦੇ ਵੀ ਪੂਰੀ ਤਰ੍ਹਾਂ ਡੈਮੋਕ੍ਰੇਟਿਕ ਨਹੀਂ ਹੈਗਾ, ਡੈਮੋਕ੍ਰੇਟਿਕ ਹੈਗਾ, ਲੋਕਤੰਤਰ ਇੱਥੇ ਹੈਗਾ, ਲੇਕਿਨ ਜਿਸ ਤਰੀਕੇ ਦੇ ਨਾਲ ਇਹਦੇ ਉੱਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉਹ ਵਿਸ਼ਾ ਜਿਹੜਾ ਉਹ ਚਿੰਤਾ ਹੈ। ਤੇ ਤੁਹਾਨੂੰ ਦੂਜਾ ਸਵਾਲ ਮੇਰਾ ਇਹ ਹੈ ਰੈਪਿਡ ਫਾਇਰ ਦੇ ਵਿੱਚ ਕਿ ਬੀਜੇਪੀ ਦੀ ਸਰਕਾਰ ਕੀ ਹੌਲੀ ਹੌਲੀ ਕੋਰਾ ਲਾਂਦੇ ਉਹ ਡੈਮੋਕ੍ਰੇਸੀ ਨੂੰ ਕਿਨਾਰੇ ਲਾਂਦੇ ਜਾ ਰਹੀ ਹੈ? ਕਿਉਂਕਿ ਆਪਾਂ ਦੇਖ ਰਹੇ ਹਾਂ ਕਿ ਡੈਮੋਕ੍ਰੇਸੀ ਵਿੱਚ ਤਾਂ ਜੇ ਕਰੈਕਟ ਮੀ ਇਫ ਆਈ ਐਮ ਰੋਂਗ ਕਿ ਜੇ ਐਵੇਂ ਹੁੰਦਾ ਕਿ ਹਰ ਇੱਕ ਜਿਹੜਾ ਮੰਤਰੀ ਹੁੰਦਾ ਉਹਦਾ ਅਹੁਦਾ ਹੁੰਦਾ, ਉਹਦਾ ਅਹੁਦੇ ਦੀ ਆਪਣੀ ਜ਼ਿੰਮੇਵਾਰੀ ਹੁੰਦੀ ਆ। ਜੇ ਕ੍ਰਿਸ਼ੀ ਮੰਤਰੀ ਹੈ ਤਾਂ ਕ੍ਰਿਸ਼ੀ ਮੰਤਰੀ ਕੋਲ ਪਾਵਰ ਹੁੰਦੀ ਹੈ ਕਿ ਉਹ ਕ੍ਰਿਸ਼ੀ ਦੇ ਜਾਂ ਕਿਸਾਨੀ ਦੇ ਮੁੱਦਿਆਂ ਦੇ ਉੱਪਰ ਕੋਈ ਵੀ ਫੈਸਲਾ ਲੈ ਸਕੇ। ਕਿਸਾਨ ਆਗੂਆਂ ਦੀ ਗੱਲ ਕਰੀਏ ਜਾਂ ਆਪਾਂ ਵੀਡੀਓਜ਼ ਦੇ ਵਿੱਚ ਆਮ ਹੀ ਦੇਖਿਆ ਸੋਸ਼ਲ ਮੀਡੀਆ ਦੇ ਉੱਪਰ ਜਿਵੇਂ ਘੁੰਮਦੀਆਂ ਨੇ, ਤਾਂ ਉਹਦੇ ਵਿੱਚ ਹੁਣ ਹਰ ਇੱਕ ਵਿਅਕਤੀ ਆਪਣੀ ਜ਼ਿੰਮੇਵਾਰੀ ਤੋਂ ਬਚਦਾ ਨਜ਼ਰ ਆ ਰਿਹਾ। ਪ੍ਰਧਾਨ ਮੰਤਰੀ ਮੋਦੀ ਜਾਂ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਵੱਲ ਹੀ ਧੱਕ ਦਿੰਦੇ ਨੇ ਉਹ ਜਿਹੜੀ ਪ੍ਰੈਸ ਹੁੰਦੀ ਆ ਉਹਨੂੰ। ਪ੍ਰਧਾਨ ਮੰਤਰੀ ਪ੍ਰੈਸ ਕਾਨਫਰੰਸ ਕਰ ਨਹੀਂ ਰਹੇ। ਤੇ ਇੱਥੇ ਕੀ ਇਹ ਕਹਿਣਾ ਗਲਤ ਹੋਏਗਾ ਕਿ ਬੀਜੇਪੀ ਹੈ ਜਿਹੜੀ ਉਹ ਕਾਰਨਰ ਆਊਟ ਕਰ ਰਹੀ ਹੈ ਡੈਮੋਕ੍ਰੇਸੀ ਨੂੰ, ਤੇ ਇੱਕ ਤਰ੍ਹਾਂ ਦਾ ਇੱਕ ਲਾ ਲਓ ਕਿ ਤਾਨਾਸ਼ਾਹੀ ਰਵੱਈਆ ਅਪਣਾਇਆ ਜਾ ਰਿਹਾ, ਕੀ ਇਹ ਕਹਿਣਾ ਗਲਤ ਹੋਏਗਾ? ਦੇਖੋ, ਜੇਕਰ ਕਿਸਾਨਾਂ ਦੀ ਗੱਲ ਕਰੀਏ, ਜੇਕਰ ਕਸ਼ਮੀਰ ਦੀ ਗੱਲ ਕਰੀਏ, ਜੇਕਰ ਵਪਾਰੀਆਂ ਦੀ ਗੱਲ ਕਰੀਏ ਜਿਨ੍ਹਾਂ ਤੇ GST ਲਾਇਆ ਗਿਆ, ਜੇਕਰ ਆਪਣਾ ਪਿਛਲੇ ਸਮੇਂ ਦੇ ਦੌਰਾਨ ਜਿਹੜਾ ਡਿਮੋਨੇਟਾਈਜੇਸ਼ਨ ਦੀ ਗੱਲ ਕਰੀਏ, ਪੈਟਰੋਲ ਹਾਈਕ ਦੀ ਗੱਲ ਕਰੀਏ, ਜੇਕਰ CAA ਦੀ ਗੱਲ ਕਰੀਏ, ਤੇ ਜੇਕਰ ਹੁਣ ਕਿਸਾਨ ਅੰਦੋਲਨ ਜਿਹੜਾ ਚੱਲ ਰਿਹਾ ਹੈ, ਖੇਤੀ ਕਾਨੂੰਨਾਂ ਦੀ ਗੱਲ ਕਰੀਏ, ਇਹ ਸਾਰੇ ਦੇ ਸਾਰੇ ਜਿਹੜੇ ਫੈਸਲੇ ਹੋ ਰਹੇ ਨੇ, ਇਹਦੇ ਜੇ ਇਹਨਾਂ ਵੱਲੋਂ ਇਹ ਜਿੰਨੇ ਲੋਕ ਇਸ ਤੋਂ ਪੀੜਿਤ ਨੇ ਜੇ ਉਹਨਾਂ ਦੀ ਗੱਲ ਮੰਨੀਏ ਤਾਂ ਇਹ ਸਾਰੇ ਦੇ ਸਾਰੇ ਫੈਸਲੇ ਜਿਹੜੇ ਨੇ ਇਹ ਤਾਨਾਸ਼ਾਹੀ, ਜਿੰਨੇ ਵੀ ਫੈਸਲੇ ਲਏ ਨੇ ਅੱਜ ਤੱਕ ਉਹ ਵਾਪਸ ਨਹੀਂ ਲਏ ਗਏ। ਹਿੰਦੁਸਤਾਨ ਦੇ ਇਤਿਹਾਸ ਦੇ ਵਿੱਚ ਬਹੁਤ ਵਾਰੀ ਇਸ ਤਰ੍ਹਾਂ ਦਾ ਹੋਇਆ ਕਿ ਜਦੋਂ ਉਹਨਾਂ ਨੂੰ ਇਸ ਤਰ੍ਹਾਂ ਦੀ ਫੈਸਲਾ ਲਿਆ ਗਿਆ ਤੇ ਜੇਕਰ ਏਡੇ ਵੱਡੇ ਲੈਵਲ ਦੇ ਉੱਤੇ ਵਿਦਰੋਹ ਖੜਾ ਹੋਇਆ ਤਾਂ ਉਹ ਵਾਪਸ ਲੈ ਗਿਆ। ਲੇਕਿਨ ਪਹਿਲੀ ਵਾਰ ਹੋਇਆ
ਕਿ ਇਹ ਸਰਕਾਰ ਦੇ ਦੌਰਾਨ ਜਿਹੜਾ ਇਹ ਫੈਸਲੇ ਵਾਪਸ ਨਹੀਂ ਲਏਗੀ। ਤੇ ਜੇਕਰ ਆਹ ਸਾਰੀਆਂ ਚੀਜ਼ਾਂ ਆਪਾਂ ਦੇਖਦੇ ਹਾਂ ਤਾਂ ਉਸ ਤੋਂ ਲੱਗਦਾ ਵੀ ਇਹ ਜਿਹੜੀ ਹੈ ਲੋਕਤੰਤਰ ਨੂੰ ਜਿਹੜਾ ਹੈ ਇੱਕ ਖੁੰਝੇ ਲਾਇਆ ਜਾ ਰਿਹਾ ਹੈ। ਜੀ, ਇੱਥੇ ਇੱਕ ਗੱਲ ਮੈਂ ਹੁਣ ਲਾਸਟ ਕੁਐਸਚਨ ਜਿਹੜਾ ਪੁੱਛੂੰਗਾ ਸਟੇਟਮੈਂਟ ਦੇਣ ਤੋਂ ਪਹਿਲਾਂ, ਕਿ ਜਿਹੜੀ ਹੁਣ ਐਮਰਜੈਂਸੀ ਦਾ ਦੁਹਾਈ ਦਿੰਦੇ ਨੇ ਬੀਜੇਪੀ ਵਾਲੇ ਹਰ ਇੱਕ ਟਾਈਮ ਦੇ ਉੱਪਰ, ਐਮਰਜੈਂਸੀ ਦੇ ਵਿੱਚ ਇੰਦਰਾ ਗਾਂਧੀ ਨੇ ਐਵੇਂ ਕਰਿਆ ਉਵੇਂ ਕਰਿਆ, ਨਿੰਦਾ ਘੋਰ ਨਿੰਦਾ ਕਰਦੀ ਹੈ ਪ੍ਰੈਸ ਦੀ। ਜਿਹੜਾ ਸਾਡੀ ਪ੍ਰੈਸ ਵਾਲਿਆਂ ਤੋਂ ਬਾਅਦ ਉਸ ਦੀ ਨਿੰਦਾ ਕੌਣ ਕਰ ਸਕਦਾ? ਪ੍ਰੈਸ ਦੀ ਜਿਹੜੀ ਆਜ਼ਾਦੀ ਆ ਉਹਨੂੰ ਸਭ ਤੋਂ ਜ਼ਿਆਦਾ ਉਸ ਟਾਈਮ ਤੇ ਖੋਇਆ ਗਿਆ ਸੀਗਾ। ਪਰ ਇੱਕ ਟਾਈਮ ਐਸਾ ਆ ਗਿਆ ਸੀ ਕਿ ਸੁਪਰੀਮ ਕੋਰਟ ਨੇ ਪਾਵਰ ਹੱਥ ਦੇ ਵਿੱਚ ਲੈਂਦੇ ਇੰਦਰਾ ਗਾਂਧੀ ਨੂੰ ਵੀ ਗੱਦੀ ਤੋਂ ਲਾਤਾ ਸੀਗਾ। ਸੁਪਰੀਮ ਕੋਰਟ ਦੇ ਕੋਲੇ ਉਸ ਟਾਈਮ ਇੰਨੀ ਪਾਵਰ ਸੀਗੀ, ਅੱਜ ਦੇਖਦੇ ਹੋ ਸੁਪਰੀਮ ਕੋਰਟ ਕੋਲੇ ਇੰਨੀ ਪਾਵਰ? ਦੇਖੋ ਪਾਵਰਾਂ ਤਾਂ ਉਵੇਂ ਹੀ ਨੇ ਜੀ, ਗੱਲ ਹੈਗੀ ਹੈ, ਪਾਵਰਾਂ ਦੇ ਵਿੱਚ ਕੋਈ ਕਮੀ ਨਹੀਂ ਹੈਗੀ, ਪਾਵਰਾਂ ਉਵੇਂ ਹੀ ਨੇ। ਜੇ ਆਪਾਂ ਇਹ ਦੇਖੋ ਕਿ ਤੁਸੀਂ ਹਾਈ ਕੋਰਟ ਹੁਕਮ ਦੇ ਸਕਦੀ ਹੈ ਕਿ ਮੰਤਰੀਆਂ ਤੇ ਵਿਧਾਇਕਾਂ ਦੇ ਖਿਲਾਫ ਜਿਹੜੇ ਉਹ ਕਿੰਨੇ ਪਰਚੇ ਦਰਜ ਨੇ, ਕਿੰਨੇ ਮਾਮਲੇ ਦਰਜ ਨੇ, ਉਹਨਾਂ ਦਾ ਕੀ ਬਣ ਰਿਹਾ ਹੈ, ਤੇ ਉਹਦੀ ਡਿਟੇਲ ਦਿਓ ਸਾਨੂੰ ਤੇ ਉਹਨਾਂ ਨੂੰ ਜਿਹੜਾ ਜਲਦੀ ਨਿਪਟਾਰਾ ਕੀਤਾ ਜਾਵੇ। ਉਹਦੇ ਸਪੋਰਟ ਮਿੱਤਰ ਵੀ ਜਿਹੜਾ ਉਹਦੇ ਵਿੱਚ ਕਰ ਦਿੱਤਾ ਗਿਆ ਜੀ, ਤੇ 3400 ਕੁਝ ਮਾਮਲੇ ਨੇ ਜਿਹੜੇ ਪੂਰੇ ਜਿਹੜੇ ਸਾਰੇ ਪਾਸੇ ਜਿਹੜੇ ਉਹ ਵਿਧਾਇਕਾਂ ਤੇ ਸੰਸਦਾਂ ਦੇ ਖਿਲਾਫ ਜਿਹੜੇ ਨੇ ਦਰਜ ਨੇ ਜੀ। ਤੇ ਜੇਕਰ ਆਪਾਂ ਇੱਕ ਹਾਈ ਕੋਰਟ ਦੀ ਗੱਲ ਦੇਖੀਏ ਤਾਂ ਹਾਈ ਕੋਰਟ ਇੱਕ ਇਸ ਤਰ੍ਹਾਂ ਦੇ ਹੁਕਮ ਦੇ ਕੇ ਤੇ ਉਹ ਇਹਨਾਂ ਨੂੰ ਚਿੰਤਾ ਚ ਪਾ ਸਕਦਾ ਹੈ, ਤਾਂ ਫਿਰ ਸੁਪਰੀਮ ਕੋਰਟ ਤਾਂ ਉੱਪਰ ਉਸ ਤੋਂ ਸੁਪਰੀਮ ਹੈ। ਸੁਪਰੀਮ ਕੋਰਟ ਕੋਲ ਪੂਰੀਆਂ ਪਾਵਰਾਂ ਨੇ, ਪਰ ਦੇਖਣ ਚ ਆਇਆ ਕਿ ਜਿਸ ਤਰ੍ਹਾਂ ਦੇ ਫੈਸਲੇ ਆ ਰਹੇ ਨੇ ਉਸ ਨੂੰ ਦੇਖਣ ਚ ਆਇਆ ਕਿ ਇਹ ਮਾਮਲਾ ਜਿਹੜਾ, ਹੁਣ ਜੇਕਰ ਤੁਸੀਂ ਦੇਖੋ ਵੀ ਆਪਾਂ ਜਿਹੜੇ ਪਿਛਲੇ ਸਮੇਂ ਦੌਰਾਨ ਇਹ ਖੇਤੀ ਕਾਨੂੰਨਾਂ ਨੂੰ ਲੈ ਕੇ ਜਿਹੜਾ ਤਾਂ ਮਸਲੇ ਦਾ ਹੱਲ ਦੇਖਣ ਲਈ ਜਿਹੜੇ 4 ਬਣਾਏ ਗਏ ਮੈਂਬਰ ਬਣਾਏ ਗਏ ਸੀ, ਤੇ ਉਹ ਆਪਣੇ ਆਪ ਦੇ ਵਿੱਚ ਕਿਸ ਤਰ੍ਹਾਂ ਦਾ ਸਵਾਲ ਖੜਾ ਕਰ ਗਈ ਕਿ ਉਹ ਬੰਦੇ ਸ਼ਾਮਲ ਹੋ ਗਏ ਇਹਦੇ ਵਿੱਚ ਜਿਹੜੇ ਕਿ ਪ੍ਰੋ ਲਾਜ਼ ਨੇ ਆਲਰੇਡੀ ਪਹਿਲਾਂ ਵੀ ਜਿਹੜੇ ਪ੍ਰੋ ਗਵਰਨਮੈਂਟ ਨੇ। ਤੇ ਇਦਾਂ ਦੇ ਜਦੋਂ ਫੈਸਲੇ ਆਉਂਦੇ ਨੇ ਤਾਂ ਉਦੋਂ ਫਿਰ ਦਿਮਾਗ ਜਿਹੜਾ ਉਹ ਚਿੰਤਾ 'ਚ ਪੈ ਜਾਂਦਾ ਕਿ ਜਿਹੜਾ ਕਿ ਸੁਪਰੀਮ ਕੋਰਟ ਦੀਆਂ ਪਾਵਰਾਂ ਦੇ ਉੱਤੇ ਕਿਤੇ ਨਾ ਕਿਤੇ ਜਿਹੜਾ ਬੰਦਿਸ਼ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪਾਵਰਾਂ 'ਚ ਕੋਈ ਕਮੀ ਨਹੀਂ ਹੈਗੀ, ਪਰ ਕੀ ਕਿਸੇ ਤਰੀਕੇ ਨਾਲ ਇਹ ਇਸ ਦੇ ਵਿੱਚ ਦਖਲਅੰਦਾਜ਼ੀ ਕੀਤੀ ਜਾ ਰਹੀ ਹੈ। ਇਹ ਮਾਮਲਾ ਜਿਹੜਾ ਦਿਮਾਗ ਦੇ ਉੱਤੇ ਚਿੰਤਾ ਪਾਉਂਦਾ, ਤੇ ਇਹ ਚਿੰਤਾ ਜਿਹੜੀ ਆ ਉਹ ਵਾਜਬ ਵੀ ਹੈਗੀ ਹੈ। ਤੇ ਇਸ ਨੂੰ ਲੈ ਕੇ ਜੇਕਰ ਅਦਾਲਤਾਂ ਜਿਹੜੀਆਂ ਨੇ ਉਹ ਆਪਣੀ ਹੋਂਦ ਨੂੰ ਪਛਾਣਨਗੀਆਂ, ਆਪਣੇ ਉਸ ਨੂੰ ਪਛਾਣਨਗੀਆਂ, ਪਾਵਰ ਨੂੰ ਪਛਾਣਨਗੀਆਂ, ਤਾਂ ਫਿਰ ਜਿਹੜਾ ਉਹ ਲੋਕਾਂ ਦਾ ਵਿਸ਼ਵਾਸ ਜਿਹੜਾ ਉਹ ਬਹਾਲ ਹੋਏਗਾ, ਜਿਹੜਾ ਹੁਣ ਟੁੱਟਦਾ ਜਾ ਰਿਹਾ ਸੀਗਾ। ਜਿਵੇਂ ਹੁਣ ਪਿੱਛੇ ਜੇ ਵੀ ਫੈਸਲਾ ਆਇਆ ਸੀਗਾ ਕਿ ਅਦਾਲਤਾਂ ਵੱਲੋਂ ਜਿਹੜਾ ਪਿਛਲੇ ਸਮੇਂ ਦੌਰਾਨ ਜਿਹੜੇ ਫੈਸਲੇ ਆਏ ਨੇ ਉਹਦੇ ਨਾਲ ਜਿਹੜਾ ਬਹਾਲ ਹੋਇਆ ਉਹਨਾਂ ਦਾ ਜੀ। ਇਹ ਇਸ ਲੈਵਲ ਦੇ ਉੱਤੇ ਜਦੋਂ ਜਾ ਕੇ ਆਪਾਂ ਵਿਚਾਰ ਕਰਦੇ ਹਾਂ ਤਾਂ ਫਿਰ ਆਪਣੇ ਦਿਮਾਗ 'ਚ ਇਹ ਆਉਂਦਾ ਕਿ ਅਦਾਲਤਾਂ ਜਦ ਤੱਕ ਆਪਣੇ ਹੋਂਦ ਨੂੰ ਆਪ ਨਹੀਂ ਪਛਾਣਨਗੀਆਂ ਉਦੋਂ ਤੱਕ ਫਿਰ ਇਹ ਜਿਹੜੀ ਚਰਚਾ ਛਿੜਦੀ ਰਹੇਗੀ ਕਿ ਜਿਹੜੀ ਹੈ ਅਦਾਲਤਾਂ ਵੀ ਜਿਹੜੀਆਂ ਸੁਤੰਤਰ ਰਹੀਆਂ ਨੇ ਕਿ ਨਹੀਂ ਜੀ। ਕੁਲਵੰਤ ਜੀ, ਹੁਣ ਮੈਂ ਤੁਹਾਨੂੰ ਦੱਸ ਦਿੰਦਾ ਕਿ ਮੈਂ ਤਿੰਨੇ ਇਹ ਕੁਐਸਚਨ ਲਗਾਤਾਰ ਤੁਹਾਡੇ ਤੋਂ ਕਿਉਂ ਪੁੱਛੇ। ਪਹਿਲੀ ਗੱਲ ਤਾਂ ਇਹ ਹੈ ਕਿ ਕੱਲ ਵਿਨੋਦ ਦੋਆ ਸ਼ੋਅ ਜਿਹੜਾ ਰਾਤ ਨੂੰ ਹੋਇਆ, ਬੜੇ ਕਲੋਜ਼ ਤਰੀਕੇ ਨਾਲ ਤੁਸੀਂ ਵੀ ਦੇਖਦੇ ਹੋ, ਮੈਂ ਵੀ ਦੇਖਦਾ, ਉਹਨਾਂ ਨੂੰ ਸੀਨੀਅਰ ਪੱਤਰਕਾਰ ਨੇ, ਉਹਨਾਂ ਨੇ ਆਪਣੇ ਸ਼ੋਅ ਦੇ ਵਿੱਚ ਇੱਕ ਹਵਾਲਾ ਦਿੰਦੇ ਆ ਪਾਕਿਸਤਾਨ ਦੀ ਇੱਕ ਹਾਈ ਕੋਰਟ ਦੇ ਜੱਜ ਦਾ ਹਵਾਲਾ ਦਿੰਦੇ ਆ ਜਾਣਕਾਰੀ ਦਿੱਤੀ ਹੈ ਕਿ ਉੱਥੇ ਇੱਕ ਅਜਿਹਾ ਕੇਸ ਹੋਇਆ ਸੀ ਜਿਹਦੇ ਵਿੱਚ ਸਟੇਟ ਬਨਾਮ ਇੱਕ ਵਿਅਕਤੀ ਸੀਗਾ। ਹੀਅਰਿੰਗ ਦੇ ਵਿੱਚ ਉਹ ਜੱਜ ਨੇ ਜਦੋਂ ਫੈਸਲਾ ਸੁਣਾਇਆ ਤਾਂ ਉਹਨਾਂ ਨੇ ਕਮੈਂਟ ਕੀਤੇ ਹੈ ਕਿ ਦੇਸ਼ ਲੋਕਾਂ ਲਈ ਹੁੰਦਾ, ਲੋਕ ਦੇਸ਼ ਲਈ ਨਹੀਂ ਹੁੰਦੇ। ਜਿਹੜੀ ਸਟੇਟ ਹੈ, ਜਿਹੜਾ ਗਵਰਨਮੈਂਟ ਹੈ, ਉਹ ਦੇਸ਼ ਲਈ ਹੁੰਦੀ ਹੈ, ਉਹ ਲੋਕਾਂ ਲਈ ਹੁੰਦੇ ਆ। ਤੇ ਜਿਹੜੀ ਇੱਕ ਇੰਡੀਵਿਜੂਅਲ ਦੀ ਆਜ਼ਾਦੀ ਹੈ ਉਹ ਸਰਕਾਰ ਖੋਹ ਨਹੀਂ ਸਕਦੀ। ਇਹ ਪਾਕਿਸਤਾਨ ਹੈ, ਇਹ ਇੰਡੀਆ ਨਹੀਂ ਹੈ, ਇੱਥੇ ਡੈਮੋਕ੍ਰੇਸੀ ਚੱਲਦੀ ਹੈ। ਹੁਣ ਇਹੀ ਦਿਨ ਦੇਖਣ ਨੂੰ ਰਹਿ ਗਿਆ ਸੀ ਕਿ ਪਾਕਿਸਤਾਨ ਵਰਗੇ ਦੇਸ਼ ਜਿੱਥੇ ਮਾਰਸ਼ਲ ਲਾਅ ਚੱਲਦਾ ਹੈ, ਜਿੱਥੇ ਜ਼ਿਆਉੱਲਾ ਖਾਨ ਨੂੰ ਇੱਕ ਟਾਈਮ ਦੇ ਪ੍ਰੈਜ਼ੀਡੈਂਟ ਨੂੰ ਉਹ ਫਾਂਸੀ ਦੇ ਦਿੰਦੇ ਆ, ਕਿ ਹੁਣ ਇਹ ਲੋਕੀ ਵੀ ਸਾਨੂੰ ਵਿਚਾਰ ਕਰਨ। ਦੇਖੋ ਗੱਲ ਇਹ ਹੈ ਕਿ ਇਹ ਜਿਹੜਾ ਦੁਸ਼ਮਣ ਹੁੰਦਾ ਨਾ ਉਹਨੂੰ ਮੌਕਾ ਮਿਲਣਾ ਚਾਹੀਦਾ ਜੀ। ਜਦੋਂ ਤੁਸੀਂ ਆਪਸ ਵਿੱਚ ਲੜੋਗੇ, ਜਦੋਂ ਤੁਸੀਂ ਇਸ ਤਰ੍ਹਾਂ ਦੀਆਂ ਗੱਲਾਂ ਸਾਹਮਣੇ ਆਉਣਗੀਆਂ ਤੇ ਜਿਹੜਾ ਦੂਰ ਬੈਠਾ ਦੁਸ਼ਮਣ ਹੋਏਗਾ ਉਹ ਹੱਸੇਗਾ ਵੀ ਤੁਹਾਡੇ ਤੇ ਤੁਹਾਡੇ ਤੇ ਤੰਜ ਵੀ ਕੱਸੇਗਾ। ਤੇ ਇਹ ਉਹਨਾਂ ਨੂੰ ਮੌਕਾ ਮਿਲਿਆ। ਉਹਨਾਂ ਨੇ ਆਪਣੀ ਪੀੜ੍ਹੀ ਥੱਲੇ ਕਦੇ ਛੋਟਾ ਨਹੀਂ ਫੇਰ ਕੇ ਵੇਖਿਆ ਵੀ ਸਾਡੀ ਪੀੜ੍ਹੀ ਥੱਲੇ ਕੀ ਹੈ। ਉਹਨਾਂ ਨੇ ਦੂਜੇ ਦੇ ਉੱਤੇ ਹੱਸੇ ਨੇ। ਤੇ ਇਹ ਮੌਕਾ ਤਾਂ, ਇਹ ਗੱਲ ਤਾਂ ਹੋਈ ਹੈ ਕਿਉਂਕਿ ਇੱਥੇ ਇਦਾਂ ਦੀਆਂ ਘਟਨਾਵਾਂ ਹੋ ਰਹੀਆਂ ਨੇ ਜੀ। ਆਪਾਂ ਨੂੰ ਇਸ ਚੀਜ਼ ਤੋਂ ਬਚਣਾ ਚਾਹੀਦਾ। ਦੇਸ਼ ਦੀ ਵੱਡੇ ਲੈਵਲ ਦੇ ਉੱਤੇ ਬਦਨਾਮੀ ਤਾਂ ਹੋ ਹੀ ਰਹੀ ਹੈ। ਤੇ ਇਹ ਜਦੋਂ ਪਾਕਿਸਤਾਨ ਵਰਗੇ ਮੁਲਕ ਜਿਹੜੇ ਨੇ ਇਦਾਂ ਦੀਆਂ ਟਿੱਪਣੀਆਂ ਜਦੋਂ ਉੱਥੇ ਆਉਂਦੀਆਂ ਨੇ, ਇਹ ਵੀ ਅਸਥਿਰਤਾ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਹਿੰਦੁਸਤਾਨ ਦੇ ਅੰਦਰ। ਮਾਈਂਡ ਗੇਮ ਹੈ, ਤੁਸੀਂ ਕਹਿ ਰਹੇ ਹੋ ਮਾਈਂਡ ਗੇਮ ਹੈ ਕਿ ਲੋਕਾਂ ਦੇ, ਹਿੰਦੁਸਤਾਨ ਦੇ ਲੋਕਾਂ ਦੇ ਦਿਮਾਗ ਦੇ ਵਿੱਚ ਇੱਕ ਪ੍ਰੈਸ਼ਰ ਪਾਇਆ ਜਾਵੇ ਕਿ ਤੁਸੀਂ ਕਿੰਨੇ ਜ਼ਿਆਦਾ ਗੁਲਾਮ ਹੋ ਰਹੇ ਹੋ, ਕਿੰਨੇ ਜ਼ਿਆਦਾ ਤੁਹਾਨੂੰ ਜਿਹੜਾ ਦਬਾਇਆ ਜਾ ਰਿਹਾ ਹੈ। ਨੋ ਡਾਊਟ ਕਿਤੇ ਨਾ ਕਿਤੇ ਜਿਹੜੇ ਲੋਕਾਂ ਦੇ ਮਨਾਂ ਦੇ ਵਿੱਚ ਇਹ ਗੱਲਾਂ ਘਰ ਕਰ ਰਹੀਆਂ ਸੀ ਪਹਿਲਾਂ। ਤੇ ਜਦੋਂ ਇਸ ਤਰ੍ਹਾਂ ਦੀ ਟਿੱਪਣੀਆਂ ਆਉਂਦੀਆਂ ਨੇ ਤਾਂ ਉਹ ਜਿਹੜਾ ਇੱਕ ਦਿਮਾਗੀ ਤੌਰ ਦੇ ਉੱਤੇ ਜਿਹੜੀ ਖੇਡ ਹੈ ਉਹਦੇ ਵਿੱਚ ਉਹ ਕਾਮਯਾਬ ਹੋਣ ਦੀ ਕੋਸ਼ਿਸ਼ ਕਰ ਰਹੇ ਨੇ। ਕਸੂਰ ਕਿਹਦਾ? ਕਸੂਰ ਜਿਹੜਾ ਕਿਤੇ ਨਾ ਕਿਤੇ ਜਿਹੜਾ ਆਪਣਿਆਂ ਦਾ।
ਜਿਹਨੇ ਬਾਹਰਲਿਆਂ ਨੂੰ ਮੌਕਾ। ਹੁਣ ਇੱਕ ਕਹਾਵਤ ਹੈ ਕਿ ਆਪਣੀ ਮੁਰਗੀ ਚੰਗੀ ਹੋਵੇ ਤੇ ਬਾਹਰ ਜਾ ਕੇ ਆਂਡਾ ਕਿਉਂ ਦੇਵੇ। ਰੌਲਾ ਪਿਆ ਗਿਆ ਕਿ ਤੁਸੀਂ ਸਾਡੀ ਮੁਰਗੀ ਦਾ ਆਂਡਾ ਚੁੱਕ ਲਿਆ। ਆਂਡਾ ਤਾਂ ਚੁੱਕ ਕੇ ਲੈ ਗਏ ਨਾ ਵੀ ਜੇ ਮੁਰਗੀ ਨੇ ਬਾਹਰ ਆਂਡਾ ਦਿੱਤਾ ਜੀ। ਪਰ ਇੱਥੇ ਸਰਕਾਰ ਤਾਂ ਇਹ ਗੱਲ ਵੀ ਕਹਿੰਦੀ ਹੈ ਨਾ ਕਿ ਜੇ ਝੱਗਾ ਚੱਕੋ ਦਾ ਢਿੱਡ ਆਪਣੀ ਨੰਗਾ ਹੁੰਦਾ, ਸਰਕਾਰ ਇਹ ਬਿਆਨ ਵੀ ਦਿੰਦੀ ਹੈ, ਫਿਰ ਉਹ ਕਹਿੰਦੀ ਹੈ ਵੀ ਤੁਸੀਂ ਬਾਹਰ ਗੱਲ ਹੀ ਨਾ ਕਰੋ। ਜਿਵੇਂ ਹੁਣ ਟਵੀਟਸ ਦੀ ਗੱਲ ਚੱਲੀ ਸੀ ਪਿੱਛੇ, ਗ੍ਰੈਟਾ ਥਨਬਰਗ ਦੀ ਗੱਲ ਚੱਲੀ, ਹਰਿਆਣਾ ਦੀ ਗੱਲ ਚੱਲੀ ਸਿੰਗਰ ਦੀ, ਉਹ ਕਹਿੰਦੇ ਨੇ ਹੁਣ ਉਹ ਕਹਿੰਦੇ ਨੇ ਵੀ ਸਾਡਾ ਅੰਦਰੂਨੀ ਮਾਮਲਾ ਜੀ, ਤੁਹਾਡਾ ਇਹਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਜਦੋਂ ਅਮਰੀਕਾ ਦੇ ਵਿੱਚ ਬਲੈਕ ਲਾਈਵਜ਼ ਮੈਟਰ ਦਾ ਜਿਹੜਾ ਪੂਰਾ ਇੱਕ ਜਿਹੜਾ ਮੂਵਮੈਂਟ ਆ ਉਹ ਚੱਲਦੀ ਹੈ, ਉਹਦੇ ਵਿੱਚ ਹਰ ਇੱਕ ਬੰਦਾ ਕਹਿੰਦਾ, ਹੁਣ ਉਹ ਸਚਿਨ ਤੰਦੂਲਕਰ ਵਰਗਿਆਂ ਨੇ ਵੀ ਬਿਆਨ ਦਿੱਤੇ ਸੀ, ਉਦੋਂ ਜਿਹੜੇ ਵੱਡੇ ਵੱਡੇ ਸੈਲੀਬ੍ਰਿਟੀਜ਼ ਨੇ ਸਾਰਿਆਂ ਨੇ ਬਿਆਨ ਦਿੱਤੇ ਸੀ। ਤੇ ਜਦੋਂ ਹੁਣ ਕੋਈ ਵੀ ਕ੍ਰੈਸ਼ ਹੁੰਦਾ, ਤੁਸੀਂ ਦੇਖਿਆ ਹੋਏਗਾ, ਬਸ ਕੋਈ ਵੱਡੀ ਦੁਰਘਟਨਾ ਹੁੰਦੀ ਆ ਪੂਰੀ ਦੁਨੀਆ ਦੇ ਵਿੱਚ, ਪੀਐਮ ਵੱਲੋਂ ਇੱਕ ਅਫੀਸ਼ੀਅਲ ਜਿਹੜਾ ਮੈਸੇਜ ਆ ਉਹ ਦਿੱਤਾ ਜਾਂਦਾ ਹੈ ਕਿ ਹੁਣ ਉਹਨਾਂ ਅੱਗੋਂ ਇਹੀ ਜਵਾਬ ਪਾਲਦੇ ਨੇ ਕਿ ਭਾਈ ਇਹ ਸਾਡਾ ਅੰਦਰਲਾ ਮਾਮਲਾ, ਤੁਸੀਂ ਆਪਣੇ ਜਿਹੜੇ ਵਿਸ਼ੇਜ਼ ਨੇ, ਚੰਗੀਆਂ ਨੇ ਮਾੜੀਆਂ ਨੇ, ਉਹ ਆਪਣੇ ਕੋਲੇ ਰੱਖੋ। ਦੇਖੋ ਹਿੰਦੀ ਦੀ ਇੱਕ ਕਹਾਵਤ ਹੈ ਕਿ ਮਿੱਠਾ ਮਿੱਠਾ ਗੱਪ ਗੱਪ ਔਰ ਕੌੜਾ ਕੌੜਾ ਥੂ ਜੀ। ਇਹ ਮੈਨੂੰ ਟੁਕਦੀ ਹੈ ਇਸ ਗੱਲ ਦੇ ਉੱਤੇ ਕਿ ਜਿਹੜੀਆਂ ਤਾਂ ਸਾਡੇ ਚੰਗੀਆਂ ਨੇ, ਜੇ ਵਿਸ਼ਵ ਦੇ ਵਿੱਚ ਕੁਝ ਚੰਗਾ ਹੋ ਰਿਹਾ ਹੈ, ਇਹ ਮੋਦੀ ਦੇ ਜਿਹੜੀ ਬੱਲੇ ਬੱਲੇ ਹੋ ਰਹੀ ਹੈ, ਤਾਂ ਉਸ ਨੂੰ ਤਾਂ ਬੜੇ ਵੱਡੇ ਲੈਵਲ ਦੇ ਉੱਤੇ ਪ੍ਰਚਾਰਿਆ ਜਾਂਦਾ ਵੀ ਦੇਖੋ ਜੀ ਮੋਦੀ ਨੂੰ ਫਲਾਣੀ ਜਗ੍ਹਾ ਤੇ ਵੀ ਹੋ ਗਿਆ, ਢਮਕਾਣੀ ਜਗ੍ਹਾ ਦੇ ਉੱਤੇ ਬੜਾ ਵਧੀਆ ਹੋ ਰਿਹਾ। ਸਭ ਤੋਂ ਉਦੋਂ ਕਿਉਂ ਨਹੀਂ ਕਿਹਾ ਗਿਆ, ਉਦੋਂ ਕਿਉਂ ਨਹੀਂ ਕਿਹਾ ਜਾਂਦਾ ਵੀ ਇਹ ਸਾਡਾ ਅੰਦਰੂਨੀ ਮਾਮਲਾ ਜੀ, ਤੁਸੀਂ ਨਾ ਇਹਨੂੰ ਕਹੋ ਵੀ ਇਹ ਪਪੂਲਰ ਕਿਉਂ ਹੋ ਗਿਆ। ਪਪੂਲਰ ਹੋ ਰਿਹਾ ਸੀ ਆਪਣੇ ਵਾਸਤੇ ਹੋ ਰਿਹਾ, ਥੋੜਾ ਮਤਲਬ ਹੈ ਵੀ ਤੁਸੀਂ ਸਾਨੂੰ ਕਹੋ ਵੀ ਪਪੂਲਰ ਹੋ ਗਿਆ, ਅਸੀਂ ਪਪੂਲਰ ਹਾਂ, ਸਾਨੂੰ ਤੁਸੀਂ ਨਹੀਂ ਕਹਿ ਸਕਦੇ ਪਪੂਲਰ ਹਾਂ ਜੀ। ਉਦੋਂ ਕਿਉਂ ਨਹੀਂ ਕਹਿੰਦੇ? ਕਿਉਂਕਿ ਉਹ ਮਿੱਠਾ ਹੈ, ਉਹ ਚੰਗਾ ਲੱਗ ਰਿਹਾ ਹੈ। ਜਦੋਂ ਇਸ ਚੀਜ਼ ਦੀ ਨਿੰਦਾ ਹੋ ਰਹੀ ਹੈ ਕਿਸੇ ਵੀ ਗੱਲ ਦੀ ਦਿੱਤੀ, ਤਾਂ ਉਦੋਂ ਕਹਿੰਦੇ ਵੀ ਸਾਡਾ ਅੰਦਰੂਨੀ ਮਾਮਲਾ। ਸੋ ਇਹ ਚੀਜ਼ਾਂ ਜਿਹੜੀਆਂ ਸਾਨੂੰ ਬੜੇ ਧਿਆਨ ਨਾਲ ਦੇਖਣਾ ਪਏਗਾ ਕਿ ਇਹ ਮੌਕਾ ਮਿਲ ਰਿਹਾ ਬਾਹਰਲਿਆਂ ਨੂੰ ਮੌਕਾ ਕੌਣ ਦੇ ਰਿਹਾ? ਆਪਾਂ ਆਪ ਦੇ ਰਹੇ ਹਾਂ। ਜਦੋਂ ਆਪਾਂ ਆਪਣੇ ਆਪ ਨੂੰ ਸੁਧਾਰ ਲਾਂਗੇ ਤਾਂ ਫਿਰ ਜਿਹੜਾ ਕੋਈ ਤੀਜਾ ਬੰਦਾ ਜਿਹੜਾ ਪਾਕਿਸਤਾਨ ਦੇ ਵਰਗਾ ਉਹ ਆਪਣੇ ਤੇ ਟਿੱਪਣੀ ਨਹੀਂ ਕਰ ਸਕਦਾ ਜੀ। ਇੱਕ ਗੱਲ ਸਪਸ਼ਟ ਕਰਦਾ ਦਰਸ਼ਕਾਂ ਨੂੰ ਵੀ ਕਿ ਅਸੀਂ ਪਾਕਿਸਤਾਨ ਦੀ ਜਿਹੜੀ ਇਹ ਕਮੈਂਟ ਹੈ, ਇਹ ਜਿਹੜੀ ਉਹਨਾਂ ਨੇ ਟਿੱਪਣੀ ਦਿੱਤੀ ਹੈ, ਉਹਦੇ ਬਿਲਕੁਲ ਖਿਲਾਫ ਆ। ਨਿਊਜ਼ ਏਸ਼ੀਆ ਪੰਜਾਬੀ ਉਹਦੇ ਬਿਲਕੁਲ ਪੂਰੀ ਨਿੰਦਾ ਕਰਦੇ ਹਾਂ ਜੀ। ਪੂਰੀ ਨਿੰਦਾ ਕਰਦੇ ਹਾਂ ਕਿਉਂਕਿ ਅਸੀਂ ਆਪਣੇ ਦੇਸ਼ ਦੇ ਨਾਲ ਆ। ਸਾਡੇ ਦੇਸ਼ ਦਾ ਅੰਦਰੂਨੀ ਮਾਮਲਾ, ਵਾਕਈ ਹੀ ਗੱਲ ਸਹੀ ਹੈ ਕਿ ਸਾਡੇ ਦੇਸ਼ ਦਾ ਅੰਦਰੂਨੀ ਮਾਮਲਾ, ਇੱਥੇ ਕੁਝ ਵੀ ਹੋ ਰਿਹਾ, ਇਸ ਨੂੰ ਲੈ ਕੇ ਅਸੀਂ ਆਪਸ ਦੇ ਵਿੱਚ ਚਾਹੇ ਜੋ ਮਰਜ਼ੀ ਕਰੀਏ ਜਾਈਏ, ਪਰ ਤੀਜੇ ਜਿਹੜੇ ਉਹ ਆਪਣੇ ਦੁਸ਼ਮਣ ਨੂੰ, ਆਪਣੇ ਜਿਹੜੇ ਮੌਕਾ ਭਾਲ ਰਹੇ ਨੇ, ਉਹਨਾਂ ਨੂੰ ਇਸ ਚੀਜ਼ ਦੇ ਉੱਤੇ ਜਿਹੜਾ ਅਸੀਂ ਕੋਈ ਮੌਕਾ ਨਹੀਂ ਦੇਣਾ ਚਾਹੁੰਦੇ, ਤੇ ਨਾ ਹੀ ਅਸੀਂ ਇਸ ਚੀਜ਼ ਦੀ ਇਜਾਜ਼ਤ ਦੇਵਾਂਗੇ ਕਿ ਸਾਡੇ ਦੇ ਉੱਤੇ ਕੋਈ ਜਿਹੜਾ ਉਹ ਇਸ ਤਰ੍ਹਾਂ ਦੀਆਂ ਟਿੱਪਣੀਆਂ ਕਰੇ ਜੀ। ਕੁਲਵੰਤ ਜੀ, ਸ਼ੋਅ ਦਾ ਐਂਡ ਕਰਾਂਗੇ। ਤੁਹਾਡੇ ਕੋਲ ਇੱਕ ਬੜੀ ਇੰਟਰਸਟਿੰਗ ਨਿਊਜ਼ ਸੀ, ਤੁਸੀਂ ਪਹਿਲਾਂ ਉਹਦੇ ਬਾਰੇ ਚਰਚਾ ਕਰ ਰਹੇ ਸੀਗੇ, ਤੇ ਸਾਡੇ ਦਰਸ਼ਕਾਂ ਨਾਲ ਸ਼ੇਅਰ ਕਰੋ ਜ਼ਰੂਰ ਕੀ ਤੁਸੀਂ ਖਬਰ ਲਿਆ ਸਭ। ਕਿਹੜੀ ਵਾਲੀ ਕਰ ਰਹੇ ਜੀ? ਤੁਸੀਂ ਇਹ ਗੱਲ ਕਰ ਰਹੇ ਸੀ। ਹਾਂ, ਮੇਰੇ ਕੋਲ ਇੱਕ ਖਬਰ ਹੈਗੀ ਹੈ ਕਿ ਖੱਟਰ ਸਰਕਾਰ ਤੋਂ ਸਮਰਥਨ ਵਾਪਸ ਲੈਣ ਵਾਲੇ ਜਿਹੜੇ ਵਿਧਾਇਕ ਨੇ, ਉਹਨਾਂ ਦੇ ਘਰ ਤੇ ਇਨਕਮ ਟੈਕਸ ਦੇ ਛਾਪੇ ਪਏ ਨੇ। ਸੋ ਇਹ ਵੀ ਇੱਕ ਆਪਣੇ ਆਪ ਦੇ ਵਿੱਚ ਜਿਹੜੀ ਉਹ ਤਾਨਾਸ਼ਾਹੀ ਵਾਲੀ ਗੱਲ ਹੈਗੀ ਹੈ। ਇਹਦੇ ਚ ਖਬਰ ਦੇ ਵਿੱਚ ਹੈਗਾ ਕਿ ਮਹਮ ਤੋਂ ਆਜ਼ਾਦ ਵਿਧਾਇਕ ਬਲਰਾਜ ਕੁੰਡੂ ਤੇ ਰੋਹਤਕ ਸਥਿਤ ਘਰ ਤੇ ਦਫ਼ਤਰ ਤੇ ਜਿਹੜੇ ਇਨਕਮ ਟੈਕਸ ਦੇ ਛਾਪੇ ਪਏ ਨੇ, ਵੀਰਵਾਰ ਨੂੰ ਛਾਪਾਮਾਰੀ ਹੋਈ ਹੈ ਜੀ, ਤੇ ਅਧਿਕਾਰੀਆਂ ਨੇ ਇਸ ਗੱਲ ਦੀ ਜਾਣਕਾਰੀ ਦਿੱਤੀ ਹੈ। ਸੋ ਇਹ ਚੀਜ਼ ਜਿਹੜੀ ਹੈ ਆਪਣੇ ਆਪ ਦੇ ਵਿੱਚ ਵੱਡਾ ਸਵਾਲ ਖੜੀ ਹੈ। ਇੱਕ ਗੱਲ ਨਹੀਂ ਹੈਗੀ, ਉਹਨਾਂ ਦੇ 30 ਠਿਕਾਣਿਆਂ ਦੇ ਛਾਪੇ ਵੱਜੇ ਨੇ, ਇਹ ਉਹਨਾਂ ਦੇ ਰਿਹਾਇਸ਼ ਤੇ ਉਹਨਾਂ ਦੇ ਰਿਸ਼ਤੇਦਾਰਾਂ ਦੇ ਘਰਾਂ ਦੇ ਵਿੱਚ 30 ਠਿਕਾਣਿਆਂ ਦੇ ਉੱਤੇ ਛਾਪੇ ਪਏ ਨੇ, ਤੇ ਉਹਨਾਂ ਦੇ ਉੱਤੇ ਹੀ ਛਾਪੇ ਪੈ ਰਹੇ ਨੇ ਜਿਹੜੇ ਕਿ ਇਹਨਾਂ ਦੇ ਵਿਰੁੱਧ ਬੋਲ ਰਹੇ ਨੇ। ਜੇ ਉਹਨਾਂ ਦੇ ਆਪਣੇ ਸਮਰਥਕ ਉੱਥੇ ਜੇਪੀ ਦਲਾਲ ਦੇ ਵਿਰੁੱਧ ਬੋਲੇ ਤਾਂ ਉਹਨਾਂ ਨੇ ਆਪਣੇ ਸਮਰਥਕ ਹੀ ਗੁੱਟ ਤੇ ਫੜ ਕੇ। ਜੇ ਇੱਥੇ ਇਹਨਾਂ ਦੇ ਉਹਨਾਂ ਦੇ ਸਮਰਥਨ ਵਾਪਸ ਲੈਣ ਦੀ ਗੱਲ ਕੀਤੀ ਤਾਂ ਉਹਨਾਂ ਦੇ ਉੱਤੇ ਜਿਹੜੇ ਇਨਕਮ ਟੈਕਸ ਦੇ ਛਾਪੇ ਪੈ। ਇੱਥੇ ਹੋਰ ਵੀ ਗੱਲ ਕਰ ਦੇਣਾ ਤੁਹਾਨੂੰ ਨਾਲ, ਆੜਤੀਆਂ ਦੇ ਜਿਹੜੇ ਸਮਰਥਨ ਕੀਤਾ ਸੀਗਾ ਕਿਸਾਨਾਂ ਦਾ, ਤੇ ਆੜਤੀਆਂ ਦੇ ਉੱਤੇ ਜਿਹੜਾ ਉਹਨਾਂ ਦੇ ਈਡੀ ਦੇ ਛਾਪੇ ਪਏ, ਹੈਨਾ। ਜਿੱਥੇ ਵੀ ਜੋ ਵੀ ਉਹਨਾਂ ਦੇ ਵਿਰੋਧ ਦੇ ਵਿੱਚ ਆਇਆ, ਹਰ ਬੰਦੇ ਦੇ ਉੱਤੇ ਇਹਨਾਂ ਨੇ ਕਾਰਵਾਈ ਕੀਤੀ ਹੈ। ਉਹ ਗੱਲ ਵੱਖਰੀ ਹੈ, ਉਹਦਾ ਬਹਾਨਾ ਜਿਹੜਾ ਕੁਝ ਹੋਰ ਸੀਗਾ, ਬਹਾਨੇ ਲਾ ਕੇ ਜਿਹੜੀ ਸਰਕਾਰ ਕੁਝ ਵੀ ਕਰ ਲੈਂਦੀ ਹੈ। ਇੱਥੇ ਮੈਂ ਦੁਰਸਤ ਕਰ ਦੂੰਗਾ ਤੁਹਾਨੂੰ ਥੋੜਾ ਜਿਹਾ। ਤੁਸੀਂ ਗੱਲ ਕੀਤੀ ਜੇਪੀ ਨੱਡਾ ਦੀ, ਉਹ ਜਿਹੜੀ ਘਟਨਾ ਸੀਗੀ ਉਹ ਪਾਰਟਿਕੂਲਰ ਘਟਨਾ ਸੰਜੀਵ ਵਾਲੀਆਨ ਦੇ ਤੌਰ ਤੇ ਦੇ ਨਾਲ ਹੋਈ ਸੀਗੀ। ਇਹਨੂੰ ਦੁਰਸਤ ਕਰ ਲਾਂਗੇ। ਦੇਖੋ, ਅਸੀਂ ਪ੍ਰਧਾਨ ਮੰਤਰੀ ਨਹੀਂ ਆ, ਅਸੀਂ ਆਪਣੀ ਗੱਲ ਦੇ ਉੱਤੇ ਜਾਂ ਕੋਈ ਗਲਤੀ ਕਰਕੇ ਉਹਦੇ ਉੱਪਰ ਬੈਠ ਨਹੀਂ ਜਾਂਦੇ, ਅਸੀਂ ਉਹਨੂੰ ਐਕਸੈਪਟ ਕਰਨਾ ਚੰਗਾ ਸਮਝਦੇ ਆ। ਤੇ ਕੁਲਵੰਤ ਜੀ, ਹੁਣ ਲਾਸਟ ਕਮੈਂਟ ਤੁਹਾਡੇ ਤੋਂ ਲਊਂਗਾ ਕਿ ਕੀ ਲੱਗਦਾ ਹੁਣ ਕਿਸਾਨ ਅੰਦੋਲਨ 1 ਮਹੀਨਾ ਤਕਰੀਬਨ 1 ਮਹੀਨੇ 5-10 ਦਿਨ ਤੋਂ ਉੱਪਰ ਹੋ ਗਿਆ ਜਦੋਂ ਗੱਲ ਹੋਈ ਸੀਗੀ, 22 ਤਰੀਕ ਨੂੰ ਲਾਸਟ ਟਾਈਮ, 22 ਜਨਵਰੀ ਨੂੰ ਗੱਲ ਹੋਈ ਸੀ, ਉਸ ਤੋਂ ਬਾਅਦ ਵੀ ਦੁਬਾਰਾ ਗੱਲ ਨਹੀਂ ਹੋਈ। ਤੇ ਕੀ ਲੱਗਦਾ ਹੁਣ ਕਿਸਾਨ ਅੰਦੋਲਨ ਦਾ ਫਿਊਚਰ ਕੀ ਹੈ? ਡੈਮੋਕ੍ਰੇਸੀ ਦੇ ਵਿੱਚ ਤਾਂ ਐਵੇਂ ਹੁੰਦਾ ਕਿ ਜਦੋਂ ਇੰਨੇ ਸਾਰੇ ਲੋਕ ਉੱਠ ਕੇ ਕਹਿ ਰਹੇ ਹੋਣ ਵੀ ਸਾਨੂੰ ਇੱਕ ਚੀਜ਼ ਨਹੀਂ ਪਸੰਦ, ਖਾਸ ਕਰ ਉਹ ਵਰਗ ਦੇ ਨਾਲ ਜੁੜੀ ਹੋਵੇ, ਤਾਂ ਸਰਕਾਰ ਉਹਨਾਂ ਦੀ ਗੱਲ ਸੁਣਦੀ ਹੈ, ਉਹਨਾਂ ਦੇ ਵਿੱਚ ਸੰਸ਼ੋਧਨ ਕਰਦੀ ਹੈ, ਤੇ ਜੇਕਰ ਕਾਨੂੰਨ, ਉਹ ਪਾਰਟਿਕੂਲਰ ਕਾਨੂੰਨ
ਦੇਸ਼ ਦੀ ਸੁਰੱਖਿਆ ਦੇ ਲਈ ਕੋਈ ਅੜਚਨ ਨਹੀਂ ਲਾ ਰਹੇ ਤਾਂ ਉਹਨਾਂ ਨੂੰ ਹਟਾ ਦਿੰਦੀ ਹੈ। ਹੁਣ ਇਹ ਤਾਂ ਕਹਿੰਦੇ ਆ ਅਸੀਂ ਤੁਹਾਡਾ ਭਲਾ ਕਰਾਂਗੇ, ਤੁਸੀਂ ਚਾਹੁੰਦੇ ਹੋ ਜਾਂ ਨਹੀਂ ਚਾਹੁੰਦੇ ਤੁਹਾਡੀ ਮਰਜ਼ੀ। ਦੇਖੋ ਮੈਨੂੰ ਇੱਥੇ ਉਹ ਹਾਸਾ ਆ ਰਿਹਾ, ਉਹ ਯਾਦ ਆ ਰਹੀ ਹੈ ਜਸਵਿੰਦਰ ਭੱਲੇ ਦੀ ਇੱਕ ਸਕਿੱਟ ਜੀ, ਜਿਹੜੀ ਬੜੇ ਪਹਿਲਾਂ ਸਮੇਂ ਦੇ ਉੱਤੇ ਮੈਂ ਸੁਣੀ ਸੀ, ਮੈਂ ਇੱਕ ਦੋ ਪ੍ਰੋਗਰਾਮ ਦੇ ਵਿੱਚ ਪਹਿਲਾਂ ਵੀ ਗਈ ਹੈਗੀ ਹੈ, ਕਿ ਜਿਹਦੇ 'ਚ ਜਸਵਿੰਦਰ ਭੱਲਾ ਜੀ ਇਹ ਕਹਿ ਰਹੇ ਨੇ ਕਿ ਮੈਂ ਅੱਜ ਭਲੇ ਦਾ ਕੰਮ ਕਰਕੇ ਆਇਆ। ਉਹ ਕਹਿੰਦੇ ਵੀ ਕੀ ਭਲੇ ਦਾ ਕੰਮ ਕਰਕੇ ਆਇਆ? ਕਹਿੰਦਾ ਜੀ ਮੈਂ ਇੱਕ ਬਜ਼ੁਰਗ ਔਰਤ ਨੂੰ, ਮਾਈ ਨੂੰ ਸੜਕ ਪਾਰ ਕਰਾਈ ਹੈ। ਤੇ ਜਿਹੜਾ ਸੁਣਨ ਵਾਲਾ ਹੁੰਦਾ ਉਹ ਕਹਿੰਦਾ ਵੀ ਇਹਦੇ 'ਚ ਕਿਹਦਾ ਕੀ ਵੱਡੀ ਗੱਲ ਹੈ ਕਿ ਤੁਸੀਂ ਇੱਕ ਬਜ਼ੁਰਗ ਔਰਤ ਨੂੰ ਸੜਕ ਪਾਰ ਕਰਾਈ ਹੈ, ਇਹਦੇ 'ਚ ਕੀ ਵੱਡਾ ਭਲਾ ਦਾ ਗੱਲ ਹੈ, ਤਾਂ ਕੋਈ ਵੀ ਕਰਾ ਸਕਦਾ। ਕਹਿੰਦਾ ਉਹ ਬੇਵਕੂਫ, ਮੈਨੂੰ ਅੱਧਾ ਘੰਟਾ ਲੱਗ ਗਿਆ ਉਹਨੂੰ ਸੜਕ ਪਾਰ ਕਰਾਉਣ ਤੇ, ਉਹਨੂੰ ਘੜੀਸ ਕੇ ਮੈਂ ਸੜਕ ਪਾਰ ਕਰਾਂ, ਉਹ ਤਾਂ ਕਰਦੀ ਹੋਣੀ ਸੀ। ਮੈਂ ਉਹਨੂੰ ਘੜੀਸ ਕੇ ਸੜਕ ਪਾਰ ਕਰਾਈ ਤੇ ਤੂੰ ਕਹਿੰਦਾ ਵੀ ਮੈਂ ਉਹ ਆਪਣਾ ਇੱਕ ਵੱਡੀ ਗੱਲ ਨਹੀਂ। ਮੈਨੂੰ ਪਤਾ ਵੀ ਮੈਨੂੰ ਕਿੰਨੀ ਮਿਹਨਤ ਕਰਨੀ ਪਈ ਉਹਨੂੰ ਸੜਕ ਪਾਰ ਕਰਾਉਣ ਲੱਗਿਆ। ਇਹ ਹਾਲਤ ਇਸ ਵੇਲੇ ਕਿਸਾਨਾਂ ਤੇ ਸਰਕਾਰ ਦੀ ਹੈ। ਸਰਕਾਰ ਜਿਹੜੀ ਆ ਉਹ ਜ਼ਬਰਦਸਤੀ ਘੜੀਸ ਕੇ ਕਿਸਾਨ ਰੂਪੀ ਬਜ਼ੁਰਗ ਲੇਡੀ ਮਾਈ ਨੂੰ ਜਿਹੜਾ ਉਹ ਘੜੀਸ ਕੇ ਸੜਕ ਪਾਰ ਕਰਾ ਰਹੇ ਨੇ। ਕਿਸਾਨ ਕਹਿੰਦੇ ਨੇ ਕਿ ਅਸੀਂ ਸੜਕ ਪਾਰ ਕਰਨੀ ਨਹੀਂ ਹੈਗੀ ਤੇ ਸਰਕਾਰ ਕਹਿੰਦੀ ਹੈ ਕਿ ਅਸੀਂ ਤੁਹਾਨੂੰ ਸੜਕ ਪਾਰ ਕਰਾਵਾਂਗੇ, ਅਸੀਂ ਭਲਾ ਕਰਨਾ ਹੀ ਕਰਨਾ ਹੈ। ਇਹ ਹਾਲਾਤ ਇਸ ਵੇਲੇ ਜਿਹੜੇ ਨੇ ਉਹ ਸਰਕਾਰ ਦੇ ਬਣੇ ਹੋਏ ਨੇ ਤੇ ਕਿਸਾਨਾਂ ਦੇ ਬਣੇ ਹੋਏ ਨੇ। ਜ਼ਬਰਦਸਤੀ ਭਲਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ। ਉਹ ਕਹਿੰਦੇ ਸਾਨੂੰ ਭਲੇ ਦੀ ਲੋੜ ਹੀ ਨਹੀਂ ਹੈਗੀ। ਉਹ ਕਹਿੰਦੇ ਅਸੀਂ ਨੰਗੇ ਹੀ ਠੀਕ ਆ। ਉਹ ਕਹਿੰਦੇ ਨਹੀਂ ਜੀ ਅਸੀਂ ਤੁਹਾਨੂੰ ਕੱਪੜੇ ਪਾਵਾਂਗੇ। ਉਹ ਕਹਿੰਦੇ ਤੁਹਾਨੂੰ ਕੱਪੜੇ ਪਾ ਕੇ ਗਰਮੀ ਲੱਗਦੀ ਹੈ। ਉਹ ਕਹਿੰਦੇ ਜੀ ਨਹੀਂ ਜੀ ਤੁਸੀਂ ਚੰਗੇ ਲੱਗੋਗੇ। ਏਦਾਂ ਦੇ ਹਾਲਾਤ ਬਣੇ ਹੋਏ ਨੇ। ਸੋ ਇਹ ਚੀਜ਼ ਜਿਹੜੀ ਹੈਗੀ ਆ, ਇਹ ਭਲਾ ਉੱਥੇ ਕੀਤਾ ਜਾਂਦਾ ਹੁੰਦਾ ਜਿੱਥੇ ਉਸ ਨੂੰ ਭਲੇ ਦੀ ਲੋੜ ਹੋਵੇ। ਜਦੋਂ ਅਗਲਾ ਬੰਦਾ ਕਹਿ ਰਿਹਾ ਹੈ ਕਿ ਮੈਨੂੰ ਲੋੜ ਹੀ ਨਹੀਂ ਹੈਗੀ, ਮੈਨੂੰ ਇਸ ਚੀਜ਼ ਨਾਲ ਨੁਕਸਾਨ ਹੋਏਗਾ, ਤੁਸੀਂ ਉਸ ਨੂੰ ਜ਼ਬਰਦਸਤੀ ਕਿਸ ਤਰ੍ਹਾਂ ਕਰ ਸਕਦੇ ਹੋ? ਫਿਰ ਇੱਥੇ ਹੀ ਗੱਲ ਨਹੀਂ ਮੁੱਕਦੀ। ਜੇਕਰ ਇਹ ਸਾਰੀਆਂ ਚੀਜ਼ਾਂ ਹੁਣ ਨਾ ਰੁਕੀਆਂ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਦੇਖਿਓ ਵੱਡਾ ਵਿਦਰੋਹ ਖੜਾ ਹੋਏਗਾ ਤੇ ਵੱਡਾ ਵਿਦਰੋਹ ਜਾ ਕੇ ਅੱਗੇ ਜਿਹੜਾ ਕਿ ਅਸੀਂ ਪਰਮਾਤਮਾ ਤੋਂ ਅਰਦਾਸ ਕਰਦੇ ਹਾਂ ਕਿ ਇਹ ਚੀਜ਼ ਜਿਹੜੀ ਆ ਇੱਥੇ ਹੀ ਨਿਬੜ ਜੇ, ਕਿਸੇ ਤਰੀਕੇ ਜਿਹੜਾ ਇਸ ਨੂੰ ਇੱਥੇ ਠੱਲ ਪੈ ਜੇ। ਜੇ ਨਾ ਹੋਇਆ ਤੇ ਜੋ ਹੋਰ ਹਾਲ ਜਿਹੜਾ 26 ਜਨਵਰੀ ਦੇ ਦੌਰਾਨ ਹੋਇਆ, ਜੇਕਰ 40 ਲੱਖ ਟਰੈਕਟਰ ਹੋਏ ਤੇ ਉਹਦੇ ਵਿੱਚੋਂ ਕੁਝ ਵੀ ਜਿਹੜਾ ਇਹਨਾਂ ਨੇ ਸਰਕਾਰ ਦੇ ਵੱਲੋਂ ਜਾਂ ਕਿਸੇ ਵੱਲੋਂ ਵੀ ਕੁਝ ਗੜਬੜ ਹੋ ਜਾਂਦੀ ਹੈ ਤਾਂ ਬੜਾ ਵੱਡਾ ਨੁਕਸਾਨ ਹੋ ਜਾਂਦਾ ਜੀ। ਕੁਲਵੰਤ ਜੀ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਜੁੜਨ ਲਈ। ਸ਼ੁਕਰੀਆ ਜੀ। ਆਖਰੀ ਕਮੈਂਟ ਚਾਹੂੰਗਾ ਕਿ ਡੈਮੋਕ੍ਰੇਸੀ ਇੰਡੀਆ ਦੇ ਵਿੱਚ ਰਹੇ, ਉਹਦੀ ਅਸੀਂ ਸਾਰੇ ਉਮੀਦ ਕਰਦੇ ਹਾਂ, ਅਸੀਂ ਸਾਰੇ ਪ੍ਰਾਰਥਨਾ ਕਰਦੇ ਹਾਂ ਰੱਬ ਅੱਗੇ ਕਿ ਡੈਮੋਕ੍ਰੇਸੀ ਭਾਰਤ ਦੇ ਵਿੱਚ ਬਣੀ ਰਹੇ। ਇੱਕ ਬੜੀ ਖੂਬਸੂਰਤ ਚੀਜ਼ ਹੈ। ਲੋਕਾਂ ਨੂੰ ਤਾਕਤ ਦਿੱਤੀ ਜਾਂਦੀ ਹੈ ਕਿ ਤੁਸੀਂ ਵੋਟ ਦਿਓ, ਵੋਟਾਂ ਦੇ ਉੱਪਰ ਤੁਹਾਡੇ ਕੰਮ ਹੋਣਗੇ। ਜੇ ਕੋਈ ਬੰਦਾ ਕੰਮ ਨਹੀਂ ਕਰਦਾ, ਕੋਈ ਨੇਤਾ ਕੰਮ ਨਹੀਂ ਕਰਦਾ ਤਾਂ ਉਹਦੇ ਤੋਂ ਵੋਟ ਪਿੱਛੇ ਖਿੱਚ ਲਏ ਜਾਣਗੇ। ਪਰ ਜਿਵੇਂ ਦਾ ਇਸ ਸਮੇਂ ਸਰਕਾਰ ਦਾ ਰਵੱਈਆ ਹੈ, ਵੋਟਾਂ ਦੇ ਨਾਲ ਉਹਨਾਂ ਨੂੰ ਕੋਈ ਖਾਸ ਲੈਣਾ ਦੇਣਾ ਲੱਗ ਨਹੀਂ ਰਿਹਾ। ਹੰਕਾਰ ਤੇ ਸੈਲਫ ਕੌਨਫੀਡੈਂਸ ਦੇ ਵਿੱਚ ਇੱਕ ਪਤਲੀ ਜੀ ਲਾਈਨ ਹੁੰਦੀ ਹੈ ਜਿਹਨੂੰ ਮੌਜੂਦਾ ਸਰਕਾਰ ਬਾਰ-ਬਾਰ ਛੇੜ ਰਹੀ ਹੈ। ਕਦੋਂ ਕ੍ਰਾਸ ਕਰ ਜਾਏਗੀ ਕਿਸੇ ਨੂੰ ਨਹੀਂ ਪਤਾ। ਪੈਟਰੋਲ ਆਲਰੇਡੀ ਬੰਦਿਆਂ ਨੂੰ ਮਾਰ ਰਿਹਾ ਹੈ। ਸ਼੍ਰੀ ਗੰਗਾਨਗਰ ਦੇ ਵਿੱਚ ਉਹ ਆਲਰੇਡੀ 100 ਤੋਂ ਪਾਰ ਕਰ ਚੁੱਕਿਆ ਹੈ। ਜਿਹੜੀ ਰਸੋਈ ਗੈਸ ਹੈ, ਰਸੋਈ ਗੈਸ ਦੀਆਂ ਕੀਮਤਾਂ 200 ਰੁਪਏ ਵਧੀਆਂ ਨੇ, 225 ਰੁਪਏ ਵਧੀਆਂ ਨੇ ਅੱਜ ਦੇ ਦੌਰਾਨ। ਪਟਿਆਲਾ ਦੀ ਗੱਲ ਕਰੀਏ 803 ਰੁਪਏ ਦਾ ਸਿਲੰਡਰ ਹੈ ਜਿਹੜਾ ਇੱਕ ਗੈਸ ਦਾ ਬੁੱਕ ਹੋ ਰਿਹਾ ਹੈ। ਪੈਟਰੋਲ ਵੀ ਗਿਆ, ਡੀਜ਼ਲ ਵੀ ਗਿਆ, ਗੈਸ ਵੀ ਗਈ, ਗੱਡੀਆਂ ਵੀ ਗਈਆਂ, ਕਿਸਾਨ ਵੀ ਗਿਆ। ਆਪਾਂ ਕਦੋਂ ਤੱਕ ਰਹਿੰਦੇ ਆ? ਦੇਖਦੇ ਰਵਾਂਗੇ। ਤੁਸੀਂ ਬਣੇ ਰਹੋ ਨਿਊਜ਼ ਏਸ਼ੀਆ ਪੰਜਾਬੀ ਦੇ ਨਾਲ। ਮੈਂ ਬੋਨੀ ਬਿੰਦਰਾ, ਧੰਨਵਾਦ।